नमस्कार लुधियाना खबरनामा वेखण वाले सारे दर्शकों का स्वागत है। मैं हां परविंदर। तमाम खबरों ते नजर पाउने आ। शुरुआत करते हैं सुर्खियां दे नाल। लुधियाना विच दो धिरां आपस विच भिड़ियां। दोहां धिरां ने एक दूसरे ते लगाए गंभीर इल्जाम। झगड़े दीयां तस्वीरां कैमरे दे विच कैद। निजी हस्पताल ते लगे HIV की गलत रिपोर्ट देने दे इल्जाम। रिपोर्ट आउण तो बाद लड़की हुई डिप्रैशन का शिकार। लड़की के पिता ने की इंसाफ की मंग। लुधियाना पश्चिमी तो उम्मीदवार ऐलाने जाने महेशिंदर गरेवाल ने हाईकमान का किया धन्यवाद। मनप्रीत अयाली दाखा तो ऐलाने गए उम्मीदवार। गुरुद्वारा थड़ा साहब च होए नतमस्तक। किसान यूनियन के वलों सिनेमा घर के बाहर रोस प्रदर्शन। कंगना रनौत की फिल्म का किया विरोध। कहा पंजाब के विच कंगना रनौत की नहीं चलन देंगे फिल्म। BSF के कुत्ते टाइसन नूं लुधियाना की गढ़वासू यूनीवर्सिटी ने दिता नवा जीवनदान। टाइसन का किया गया डायलिसिस। गुरदासपुर सरहद से तैनात सी टाइसन। समराला विच कुक्कड़ ते विरासती साइकिल बनया खिश्ता केंद्र। हर पासे हो रहे ने चर्चे। दूरों दराडों वेखण लई पहुंच रहे ने लोग। ਤੇ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਲੁਧਿਆਣਾ ਦੇ ਸਲਿਮ ਟਾਬਰੀ ਇਲਾਕੇ ਦੇ ਵਿੱਚ ਮਾਮੂਲੀ ਜਿਹੀ ਗੱਲ ਤੇ ਵੱਡਾ ਝਗੜਾ ਹੋਇਆ। ਝਗੜੇ ਦੀਆਂ ਤਸਵੀਰਾਂ CCTV ਕੈਮਰੇ ਦੇ ਵਿੱਚ ਕੈਦ ਹੋਈਆਂ। ਦੱਸਦੀ ਹੈ ਕਿ ਲੜਨ ਵਾਲੀਆਂ ਔਰਤਾਂ ਨੇ ਇੱਕ ਦੂਸਰੇ ਤੇ ਵੱਡੇ ਇਲਜ਼ਾਮ ਲਗਾਏ ਨੇ ਤੇ ਦੋਹਾਂ ਧਿਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਹ ਤਾਂ ਬਸ ਆਪਸ 'ਚ ਲੜ ਪਏ। ਮੈਂ ਛਡਾਉਂਦੀ ਵੀ ਉਹਨੇ ਮੇਰੇ ਤੇ ਹੀ ਹਮਲਾ ਕਰਦਾ। ਪਹਿਲਾਂ ਉਹਨਾਂ ਨੇ ਕਰਾਈ ਰਿਪੋਰਟ। ਰਿਪੋਰਟ ਕਰਾ ਕੇ ਫਿਰ ਸਾਡੇ ਤੇ ਹਮਲਾ ਕੀਤਾ। ਸਾਨੂੰ ਕੁੱਟਣ ਲੱਗ ਸੁੰਨੇ ਮਾਰੇ। ਕਿਉਂ ਕੁੱਟੇ? ਕੋਈ ਕਾਰਨ? ਬਸ ਕਹਿੰਦੇ ਪਏ ਸੀ ਇੱਕ ਦੂਜੇ ਨੂੰ ਆਪਸ 'ਚ ਲੜ ਪਏ। ਇਹਨਾਂ ਨੂੰ ਕਹਿੰਦੇ ਵੀ ਤੁਸੀਂ ਕਾਹਤੋਂ ਲੜਦੇ ਪਏ, ਵੀ ਉਹ ਮਮਤਾ ਕਰਕੇ ਕਿਰਾਏਦਾਰ ਨਹੀਂ ਕਰਕੇ ਵੀ ਤੁਸੀਂ ਕਿਉਂ ਲੜ ਰਹੇ। ਇੱਥੇ ਇਹ ਵੀ ਬੋਲਣ ਲੱਗੇ। ਉਹ ਆ ਕੇ ਪਹਿਲਾਂ ਰਿਪੋਰਟ ਕਰਾ ਕੇ ਸਾਡੇ ਤੇ ਹਮਲਾ ਕਰਨ ਲੱਗੇ। ਗਾਲਾਂ ਵਾਲਾ ਕੱਢੀ ਉਹਨੇ ਸਾਨੂੰ। ਪੁਲਿਸ ਕਾਰਵਾਈ ਕਰ ਰਹੀ ਹੈ? ਪੁਲਿਸ ਕਾਰਵਾਈ ਨਹੀਂ ਕਰ ਰਹੀ। ਨਹੀਂ ਕਰਦੀ ਵੀ। ਤੇ ਹੁਣ ਕੀ ਬੁੱਧਵਾਰ ਦਾ ਸਾਡੀ ਤਾਂ ਇਹੀ ਆ ਮੰਗ ਵੀ ਉਹਨੂੰ ਅਰੈਸਟ ਕੀਤਾ ਜਾਵੇ। ਦੇ ਜਿਸਮ ਨਾਲ ਕਿਸੇ ਟਾਈਮ ਨਾ ਕਸਟਮਰ ਸਾਡੇ ਘਰ ਵੀ ਭੁਲੇਖੇ ਨਾਲ ਆ ਜਾਂਦੇ ਆ। ਅਸੀਂ ਇਹਨਾਂ ਨੂੰ, ਮੈਂ ਆਪਣੀ ਮੰਮੀ ਨੇ ਇਹੀ ਗੱਲ ਭੇਜਿਆ, ਸਮਝਾਉਣ ਨੂੰ ਭੇਜਿਆ। ਉੱਤੋਂ ਇਹਨਾਂ ਨੇ ਮੇਰੀ ਮੰਮੀ ਦੇ ਗਲ ਪੈ ਗਏ, ਸਾਡੇ ਗਲ ਪੈ ਗਏ। ਸਰ ਗੱਲ ਕੋਈ ਨਹੀਂ ਹੋਈ। ਉਹ ਬੱਚਿਆਂ ਨੂੰ ਉਹ ਲੇਡੀਜ਼ ਗਾਲਾਂ ਕੱਢਦੇ ਆ। ਦਰਸ਼ਨਾ ਨਾਮ ਦੀ ਲੇਡੀਜ਼ ਮੇਰੇ ਬੇਟੇ ਨੂੰ, ਮੇਰੀ ਬੇਟੀਆਂ ਨੂੰ ਗੰਦੇ ਇਸ਼ਾਰੇ ਕਰਦੇ ਆ। ਕਦੀ ਕੁਛ ਕਹਿੰਦੇ ਆ, ਕਦੀ ਕੁਛ ਕਹਿੰਦੇ ਆ। ਸਰ ਮੈਂ SSO ਸਾਹਿਬ ਨੂੰ ਵੀ ਮਿਲੀ ਹੈ ਨਾ, ਮੈਂ ਰਿਪੋਰਟ ਵੀ ਕੀਤੀ। ਉਹਨਾਂ ਨੇ ਮੈਨੂੰ ਪੁਲਿਸ ਨੇ ਇਨਸਾਫ ਦਿਵਾਇਆ। ਹੈਗੀ ਰਿਕਾਰਡਿੰਗ ਸਾਡੇ ਕੋਲ ਪਈ ਆ ਸਰ, ਵੀਡੀਓ ਪਈ ਹੋਈ ਆ ਜਿਹਦੇ ਵਿੱਚ ਉਹ ਗਾਲਾਂ ਕੱਢਦੀ, ਗਾਲ ਗਲੋਚੀ ਕਰਦੀ। 7 ਤਰੀਕ ਨੂੰ ਵੀ ਉਹਨੇ ਗਾਲਾਂ ਕੱਢੀਆਂ ਜਦੋਂ ਕਿ ਮੈਂ ਘਰੇ ਨਹੀਂ ਸੀ ਹੈਗੀ। ਤੇ ਜਿਹੜਾ ਜਿਸਮ ਧੰਦੇ ਦੀ ਗੱਲ ਕੀਤੀ ਉਹਨਾਂ ਨੇ ਬਿਲਕੁਲ ਸਰ ਉਹਦੀ ਇਨਕੁਆਰੀ ਹੋਵੇ ਜੀ, ਇਨਕੁਆਰੀ ਲਵਾਈ ਜਾਵੇ ਤੇ ਸਾਰੇ ਮਹੱਲੇ ਦੇ ਵਿੱਚੋਂ ਦੇਖੋ ਤੁਸੀਂ ਇਨਕੁਆਰੀ ਲਵਾਵੋ। ਜੇ ਸੱਚ ਦਾ ਹੈ ਨਾ ਵੀ ਮੈਂ ਇਦਾਂ ਦਾ ਕੁਝ ਕਰਦੀ ਨਹੀਂ ਹੈਗੀ। ਮੈਂ ਇੱਕ ਗਰੀਬ ਪਰਿਵਾਰ ਤੋਂ ਮੈਂ ਬੱਚੇ ਪਾਲਦੀ ਹਾਂ, ਮੇਰੀ ਬੇਟੀਆਂ ਪੜ੍ਹਦੀਆਂ ਵਾ, ਮੇਰਾ ਬੇਟਾ ਪੜ੍ਹ ਕੇ ਹਟ ਗਿਆ ਜੀ, ਇਹ ਕੰਮ ਕਰਦਾ ਵਾ। ਮਾਛੀਵਾੜਾ ਸਾਹਿਬ ਦੇ ਪਿੰਡ ਸ਼ੇਰੀਆ ਵਿਖੇ ਨਸ਼ੇ ਦੀ ਓਵਰਡੋਜ਼ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਤੇ ਪਰਿਵਾਰ ਵਾਲਿਆਂ ਨੇ ਕਾਂਗਰਸ ਸਰਕਾਰ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੱਸਦੀ ਹੈ ਕਿ ਸਰਕਾਰ ਦੇ ਵੱਲੋਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਇਸ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਦੂਜੇ ਪਾਸੇ DSP ਦਾ ਕਹਿਣਾ ਹੈ ਕਿ ਨਸ਼ੇ ਕਰਕੇ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਇੱਕ ਵਿਅਕਤੀ ਦੇ ਖਿਲਾਫ ਇਰਾਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ। ਦੇਖੋ ਜੀ, ਇਹਦੀ ਜਿਹੜੀ ਡੈਥ ਹੋਈ ਹੈ ਨਿਰਮਲ ਸਿੰਘ ਦੀ, ਇਹ ਚਿੱਟੇ ਦੀ ਓਵਰਡੋਜ਼ ਲੈਣ ਨਾਲ ਹੋਈ ਹੈ ਤੇ ਸਿਰਿੰਜ ਲਾਉਂਦੀ ਸਾਰੇ ਇਹਦੀ ਮੌਤ ਹੋਈ ਹੈ। ਇਹ ਨਸ਼ਿਆਂ ਦਾ ਦੌਰ ਆ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਿਹਾ। ਅਸੀਂ ਇਸ ਥੋੜੇ ਦਿਨ ਪਹਿਲਾਂ ਹੀ ਇੱਕ ਸਮਗਲਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੀ ਵੀਡੀਓ ਵੀ ਹੈਗੀ ਸਾਡੇ ਕੋਲ। ਤੇ ਜਦੋਂ ਭੱਜ ਗਿਆ, ਜੇ ਉਹ ਨਾ ਭੱਜਿਆ ਹੁੰਦਾ ਅੱਜ ਇਹਦੀ ਇਸ ਮੁੰਡੇ ਦੀ ਮੌਤ ਨਾ ਹੁੰਦੀ। ਸੋ ਇੰਨਾ ਦੁੱਖ ਆ, ਛੋਟੇ ਬੱਚੇ ਛੱਡ ਗਿਆ, ਨੌਜਵਾਨ ਮੁੰਡਾ 30 ਸਾਲ ਦਾ। ਤੇ ਇਦਾਂ ਦੇ ਹਜ਼ਾਰਾਂ ਹੀ ਲੱਖਾਂ ਹੀ ਨੌਜਵਾਨ ਸਾਡੇ ਚਿੱਟੇ ਨੇ ਖਾ ਲਏ ਆ। ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ 1 ਹਫ਼ਤੇ ਵਿੱਚ ਲੱਕ ਤੋੜ ਦੇਵਾਂਗੇ, ਕੋਈ ਲੱਕ ਨਹੀਂ ਟੁੱਟਿਆ। ਅੱਜ 3 ਸਾਲ ਤੋਂ ਉੱਪਰ ਹੋ ਗਿਆ, ਚੋਣਾਂ ਵੀ ਆ ਗਈਆਂ, ਪਰ ਲੱਕ ਟੁੱਟਿਆ ਨਹੀਂ, ਉਹਦਾ ਹੋਰ ਮਜ਼ਬੂਤ ਹੋ ਗਿਆ। ਨਿਰਮਲ ਸਿੰਘ ਨਾਂ ਦਾ ਲੜਕਾ ਸੀਗਾ, ਇਹ 30 ਸਾਲ ਦੀ ਉਮਰ ਸੀਗੀ। ਇਹ ਮੀਟ ਦੀ ਸ਼ੌਪ ਸੀ, ਇਹਦੀ ਸੇਲ ਕਰਦਾ ਸੀਗਾ। ਇਹ ਕੱਲ੍ਹ ਉੱਥੇ ਕਿਤੇ ਆਪਣੇ ਪਿੰਡ ਹੀ ਸੀਗਾ। ਇਹ ਪਹਿਲੋਂ ਥੋੜ੍ਹਾ ਬਹੁਤਾ
ਨਸ਼ਾ ਵੀ ਕਰਦਾ ਸੀ, ਸੁਲਫੇ ਦਾ ਹੋ ਗਿਆ ਜਾਂ ਹੋਰ ਹੀ ਨਸ਼ਾ ਵੀ ਇਹ ਕਰਦਾ ਸੀਗਾ। ਤੇ ਉਸ ਤੋਂ ਬਾਅਦ ਵਿੱਚ ਇਹਦੀ ਕੱਲ੍ਹ ਮੌਤ ਹੋਈ ਹੈ। ਇਹਦਾ ਬਾਕੀ ਪੋਸਟਮਾਰਟਮ ਕਰਵਾ ਰਹੇ ਹਾਂ। ਐਫ ਆਈ ਆਰ ਦਰਜ ਕੀਤੀ ਅਸੀਂ। ਐਫ ਆਈ ਆਰ ਕਰਨ ਤੋਂ ਬਾਅਦ ਹੁਣ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ 'ਚ ਅਸਲੀ ਤੱਥ ਸਾਹਮਣੇ ਆਉਣਗੇ ਵੀ ਇਹ ਕੀ ਹੋਇਆ ਸੀ, ਇਹਦੀ ਮੌਤ ਕਿਵੇਂ ਹੋਈ ਸੀਗੀ। ਘਰਦਿਆਂ ਦੇ ਦੱਸਣ ਮੁਤਾਬਕ ਸੀਗਾ ਵੀ ਇਹ ਆਦੀ ਸੀਗਾ ਨਸ਼ੇ ਨੁਸ਼ੇ ਦਾ, ਜਾਂ ਦਾਰੂ ਹੋ ਗਈ, ਗੋਲੀਆਂ ਹੋ ਗਈਆਂ ਤੇ ਸਮੈਕ ਵਗੈਰਾ ਹੋ ਗਈ। ਐਫ ਆਈ ਆਰ ਹੋਈ ਆ, ਕੋਈ ਨਾਮ ਵੀ ਦਰਜ ਕੀਤਾ ਹੈ? ਹਾਂ, ਉਹਦੇ ਵਿੱਚ ਵੀਰਪਾਲ ਨਾਂ ਦੇ ਲੜਕੇ ਦਾ ਨਾਂ ਹੈਗਾ ਵੀ ਉਹਦੇ ਨਾਲ ਸੀ, ਜਿਹਦੇ ਕੋਲ ਮਿਲਿਆ ਸੀ, ਇਹਦੇ ਕੋਲ ਲੈ ਕੇ ਕੁਛ ਖਾਧਾ ਹੈ। ਬਾਕੀ ਸਾਰਾ ਕੁਛ ਤਫਤੀਸ਼ ਦੇ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਦੇਖਾਂਗੇ। ਬਾਕੀ ਗੱਲ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਲੱਗੂ। ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਉੱਪਰ ਇੱਕ ਪਿਤਾ ਨੇ ਆਪਣੀ ਬੇਟੀ ਦੀ HIV ਰਿਪੋਰਟ ਗਲਤ ਦੇਣ ਦੇ ਇਲਜ਼ਾਮ ਲਗਾਏ ਨੇ। ਪਿਤਾ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਕਰਕੇ ਉਸ ਦੀ ਬੇਟੀ ਡਿਪਰੈਸ਼ਨ ਦੇ ਵਿੱਚ ਚਲੇ ਗਈ ਹੈ। ਇਸ ਮਾਮਲੇ ਦੇ ਵਿੱਚ ਪਿਤਾ ਨੇ ਸਿਵਲ ਸਰਜਨ ਨੂੰ ਇਨਸਾਫ ਦੇ ਲਈ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ। ਆਪਦਾ ਨਿਆਂ ਮੰਗਣ ਆਏ ਆ ਕਿਉਂਕਿ ਦੀਪਕ ਨੇ ਸਾਡੇ ਨਾਲ ਧੱਕਾ ਕੀਤਾ ਤੇ ਬੇਟੀ ਸਾਡੀ ਦਾ ਇਲਾਜ ਚੱਲਦਾ ਸੀ, ਉਹਦੀ ਰਿਪੋਰਟ ਉਹਨਾਂ ਨੇ ਪੋਜ਼ੀਟਿਵ ਕੱਢਤੀ ਪੇਡ ਦੀ। ਉਸ ਤੋਂ ਬਾਅਦ ਸਿਵਲ ਭੇਜਤਾ ਵੀ ਉੱਥੋਂ ਜਾ ਕੇ ਦਵਾਈ ਲੈ ਲਓ। ਉੱਥੇ ਸਾਡੀ ਜਿਹੜੀ ਮਤਲਬ ਰਿਪੋਰਟ ਨੈਗੇਟਿਵ ਆਈ। ਫਿਰ ਦੁਬਾਰਾ ਉਹਨਾਂ ਕੋਲ ਗਏ, ਉਹਨਾਂ ਨੇ ਕਿਹਾ ਵੀ ਆਹ ਰਿਪੋਰਟ ਸਾਨੂੰ ਦੇ ਦਿਓ, ਦੁਬਾਰਾ ਟੈਸਟ ਕਰ ਦਿਓ। 3 ਮਾਰਚ ਨੂੰ ਉਹਨਾਂ ਨੇ ਮਤਲਬ ਬਲੱਡ ਲਿਆ ਤੇ 22/2 'ਚ ਹੀ ਪਾਇਆ ਦੁਬਾਰਾ, ਉੱਥੇ ਨੈਗੇਟਿਵ ਆਈ। ਫਿਰ ਕਹਿੰਦੇ ਰਿਪੋਰਟਾਂ ਸਾਨੂੰ ਦੇ ਦਿਓ, ਕੁੜੀ ਤੁਹਾਡੀ ਠੀਕ ਹੈ। ਕੀ ਫਿਰ ਤੁਸੀਂ ਪ੍ਰਸ਼ਾਸਨ ਅਧਿਕਾਰੀ ਤੱਕ ਕਿਸੇ ਤੱਕ ਪਹੁੰਚ ਕੀਤੀ ਹੈ? ਹਾਂਜੀ, CMO ਦਫ਼ਤਰ ਆਏ, ਉੱਥੇ ਆ ਕੇ ਐਪਲੀਕੇਸ਼ਨ ਦਿੱਤੀ। ਉਦੋਂ ਹੜਤਾਲ ਚੱਲਦੀ ਸੀ 2 ਮਹੀਨੇ ਪਹਿਲਾਂ। ਅੱਛਾ ਜੀ। ਹੜਤਾਲ ਦੇ ਵਿੱਚ ਉਹਨਾਂ ਨੇ ਮੈਨੂੰ ਰਸੀਦ ਦਾ ਨਹੀਂ ਦਿੱਤੀ ਰਸੀਦ, ਕਹਿੰਦੇ ਵੀ ਹੜਤਾਲ 'ਚ ਨਹੀਂ ਅਸੀਂ ਦੇ ਸਕਦੇ। ਹੜਤਾਲ ਖਤਮ ਹੋਈ ਤੋਂ ਬਾਅਦ ਮੈਂ ਆਇਆ ਤੇ ਉਹ ਬੰਦਾ 2-3 ਵਾਰੀ ਮੈਂ ਆਇਆ ਸੀ। ਇਹ ਸਾਡੇ ਕੋਲ ਜਿਹੜੀ ਕੰਪਲੇਂਟ ਹੈ 23/6 ਦੀ ਡੇਟ ਨੂੰ ਪਾ ਕੇ ਤਾਂ ਸਾਡੇ ਕੋਲ 57-27 ਦੇ ਨੰਬਰ ਦੇ ਨਾਲ ਸਾਡੇ ਕੋਲ ਆਈ ਹੈ। ਆਪਾਂ ਇਹਨਾਂ ਨੂੰ SMO ਸਿਵਲ ਹਸਪੀਟਲ ਨੂੰ ਅੱਗੇ ਮਾਰਕ ਕਰਤਾ ਕਿ ਇੱਕ ਬੋਰਡ ਬਿਠਾ ਕੇ ਇਹਦੀ ਇਨਕੁਆਇਰੀ ਕੀਤੀ ਜਾਵੇ। ਇਹ 14/7 ਨੂੰ ਆਪਾਂ ਲਾਸਟ ਇਹਨਾਂ ਨੂੰ ਭੇਜ ਚੁੱਕੇ ਹੋਏ ਹਾਂ। ਸਰ, ਅਜਿਹੇ ਮਾਮਲਿਆਂ ਦੇ ਵਿੱਚ ਕਿੱਦਾਂ ਦੀ ਜਿਹੜੀ ਕਾਰਵਾਈ ਹੁੰਦੀ ਹੈ? ਪੀੜਤ ਇਨਸਾਫ ਦੀ ਮੰਗ ਕਰਦਾ ਨਜ਼ਰ ਆਇਆ ਵਾ। ਮੈਂ ਸਮਝਿਆ ਨਹੀਂ ਸਰ, ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ? ਨਹੀਂ, ਇਹਦੇ 'ਚ ਬੋਰਡ ਜਿਹੜਾ ਹੈਗਾ ਪੀੜਿਤ ਨੂੰ ਬੁਲਾਉਣਗੇ ਤਾਂ ਪੀੜਿਤ ਦਾ ਜਿਸ ਤਰ੍ਹਾਂ ਦੀ ਬਿਆਨ ਹੋ ਕੇ ਤਾਂ ਜਿਨ੍ਹਾਂ ਦੇ ਖਿਲਾਫ ਉਹ ਕਰਨਾ ਚਾਹੁੰਦੇ ਉਹਨਾਂ ਨੂੰ ਬੋਰਡ ਜਿਹੜਾ ਉਹਨਾਂ ਨੂੰ ਬੁਲਾ ਕੇ ਦੋਨਾਂ ਤਰਫਾਂ ਦੀ ਗੱਲ ਸੁਣ ਕੇ ਤਾਂ ਜੋ ਸੱਚੀ ਗੱਲ ਹੋਏਗੀ ਉਹਦਾ ਇੱਕ ਇਨਕੁਆਇਰੀ ਰਿਪੋਰਟ ਬਣਾ ਕੇ ਸਬਮਿਟ ਕਰਦੇ ਹਾਂ। ਤਾਂ ਆਪਾਂ ਨੂੰ ਫਿਰ ਜੇ ਉਹਨੂੰ ਲੱਗੇ ਡਿਸਟ੍ਰਿਕਟ ਐਡਮਿਸ਼ਨ ਆਪਾਂ ਅੱਗੇ ਭੇਜ ਦਿੰਦੇ ਹਾਂ। ਜਗਰਾਉਂ ਵਿਖੇ ਕਿਸਾਨਾਂ ਨੇ ਇੱਕ ਗੋਦਾਮ ਤੇ ਨਕਲੀ ਪੈਸਟੀਸਾਈਡ ਬਣਾਉਣ ਦੇ ਇਲਜ਼ਾਮ ਲਗਾਏ ਨੇ। ਕਿਸਾਨਾਂ ਨੇ ਗੋਦਾਮ ਦੇ ਵਿੱਚ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਬੁਲਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਨੇ ਗੋਦਾਮ ਦੇ ਵਿੱਚ ਪਈਆਂ ਦਵਾਈਆਂ ਦੇ ਸੈਂਪਲ ਲਏ ਅਤੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਇਸ ਗੋਦਾਮ ਦੇ ਮਾਲਕ ਨੇ ਕਿਹਾ ਹੈ ਕਿ ਗੋਦਾਮ ਦੇ ਵਿੱਚ ਕੋਈ ਵੀ ਨਕਲੀ ਦਵਾਈ ਨਹੀਂ ਤਿਆਰ ਕੀਤੀ ਜਾਂਦੀ, ਸਗੋਂ ਸਾਜ਼ਿਸ਼ ਦੇ ਤਹਿਤ ਇਹ ਸਭ ਕੁਝ ਕੀਤਾ ਜਾ ਰਿਹਾ। ਲੰਘਿਆ ਜਾਂਦਾ ਸੀਗਾ ਤੇ ਜਦੋਂ ਮੈਂ ਦੇਖਿਆ ਤੋਂ ਅੰਦਰੋਂ ਹੱਥ ਹੀ ਲੰਘਿਆ ਤੇ ਬੰਦੇ ਮੁੜ ਕੇ ਮੇਰੇ ਮਗਰ ਗਏ ਹੋ ਤੱਕ ਦੇਖਣ ਵੀ ਇਹ ਲੰਘਿਆ ਜਾਂ ਨਹੀਂ। ਮੈਨੂੰ ਸ਼ੱਕ ਪਿਆ, ਮੈਂ ਵਾਪਸ ਆਇਆ, ਉਹਨਾਂ ਨੇ ਸ਼ਟਰ ਸੱਟ ਲਿਆ। ਉਧਰੋਂ ਮੈਂ ਕਿ ਮੇਰੇ ਚੀਫ ਸਾਹਿਬ ਇੱਥੇ ਆਏ ਹੋਏ ਸੀ, ਮੈਂ ਉਹਨਾਂ ਨੂੰ ਦੱਸਤਾ। ਉਹਨਾਂ ਨੇ ਇੱਥੇ ਰੇਡ ਮਾਰ ਲਈ। ਹੁਣ ਅੰਦਰ ਜਿਹੜੀ ਆ 2 ਨੰਬਰ ਦੀ ਕੋਰਾ ਜਾਨਾ ਉਹ ਵੀ ਪਈ ਆ, ਹੋਰ ਵੀ ਮਾਲ ਪਏ ਆ ਤੇ ਕਾਰਵਾਈ ਅੰਦਰ ਚੱਲ ਰਹੀ ਹੈ। ਇਹਨਾਂ ਦਵਾਈਆਂ ਨਾਲ ਕੀ ਕਿਸਾਨਾਂ ਨੂੰ ਕੀ ਫਰਕ ਪੈਂਦਾ? ਕਿਸਾਨਾਂ ਨੂੰ ਫਰਕ ਇਹ ਪੈਂਦਾ ਜੀ, ਉਹਨਾਂ ਦੇ ਪੈਸੇ ਲੱਗ ਜਾਂਦੇ ਆ ਪਰ ਇਹ ਕੰਮ ਨਹੀਂ ਕਰਦੀਆਂ। ਫੂਡ ਤੇ ਇਹਦਾ ਕੋਈ ਅਸਰ ਨਹੀਂ, ਖਾਣ ਫੂਡ ਤੇ ਸਿਹਤ ਤੇ ਵੀ ਸਾਰੇ ਕਾਸੇ ਤੇ ਹੀ ਅਸਰ ਹੈ ਜੀ। ਜਦੋਂ ਹੈ ਹੀ 2 ਨੰਬਰ ਦੀ ਆ, ਉਹਦਾ ਕੋਈ ਮਾਪਦੰਡ ਹੀ ਨਾਮ ਉਹਦਾ ਕੋਈ ਮਾਪਦੰਡ ਹੀ ਨਹੀਂਗਾ ਜੀ। ਨਾਮ ਤੁਹਾਡਾ ਵੀਰ ਜੀ? ਮੈਂ ਜੀ ਹਰਪ੍ਰੀਤ ਸਿੰਘ ਮੱਲੀ, ਪਿੰਡ ਕੌਂਕੇ ਕਲਾਂ। ਹਾਂਜੀ, ਤੁਹਾਨੂੰ ਅੱਜ ਹੀ ਸ਼ੱਕ ਹੋਇਆ ਸੀ ਲੰਘਦਿਆਂ ਨੂੰ? ਅੱਜ ਹੀ ਸ਼ੱਕ ਹੋਇਆ ਜੀ ਮੈਨੂੰ। ਅੱਗੇ ਤੁਸੀਂ ਤੁਹਾਡੇ ਚੋਂ ਕਿਸੇ ਕਿਸਾਨ ਨੇ ਇਸ ਦੁਕਾਨ ਤੋਂ ਪੈਸਟੀਸਾਈਡ ਲਈ ਹੈ ਜੀ? ਲਈਆਂ ਹੋਈਆਂ ਜੀ ਪੈਸਟੀਸਾਈਡ, ਉਹਨਾਂ ਨੇ ਕੰਪਲੇਂਟਾਂ ਵੀ ਆਲਰੇਡੀ ਕੀਤੀਆਂ ਹੋਈਆਂ ਵਾ ਪਹਿਲਾਂ। ਇਹ ਜਿਹੜਾ ਪਤਾ ਵਾ ਬਾਈ ਜੀ, ਇਹ ਕੌਂਕਿਆ ਕਲਾਂ ਦੇ ਜਿਹੜੇ ਕਿਸਾਨ ਸੀਗੇ ਉਹ ਲੰਘੇ ਜਾ ਰਹੇ ਸੀ। ਉਹਨਾਂ ਨੇ ਇੱਕ ਟੈਂਪੂ ਦੇਖਿਆ, ਜਿਵੇਂ ਆਮ ਹੀ ਆਪਣੇ ਨੂੰ ਸ਼ੱਕ ਹੋ ਜਾਂਦੀ ਆ ਵੀ ਇਹਨਾਂ ਨੇ ਪਹਿਲਾਂ ਵੀ ਦਵਾਈ ਖਰੀਦੀ ਸੀ, ਉਹਨੇ ਰਿਜ਼ਲਟ ਨਹੀਂ ਦਿੱਤਾ ਸੀ ਵਧੀਆ, ਨੁਕਸਾਨ ਹੀ ਹੋ ਗਿਆ ਸੀ ਫਸਲ ਨੂੰ। ਸੋ ਇਹਨਾਂ ਨੇ ਆ ਕੇ ਦੇਖਿਆ, ਜਦੋਂ ਦੇਖਿਆ ਤਾਂ ਉਹ ਜਦੋਂ ਚੈੱਕ ਕਰਵਾਈ, ਇਹਨਾਂ ਨੇ ਅਫਸਰਾਂ ਨੂੰ ਫੋਨ ਕੀਤਾ ਤੇ ਉਦੋਂ ਬਾਅਦ ਆ ਕੇ ਦੇਖੀ ਤਾਂ ਸਾਰੀ ਦਵਾਈ ਨਕਲੀ। ਖੇਤੀਬਾੜੀ ਵਿਭਾਗ ਵੱਲੋਂ ਕਿਹਨੇ ਮਾਰਿਆ ਛਾਪਾ? ਅਫਸਰ ਬੈਠੇ, ਚੀਫ ਸਾਹਿਬ ਆਏ ਹੋਏ ਆ ਜੀ, ਬੈਠੇ ਨੇ, ਉਹ ਸੈਂਪਲ ਭਰ ਰਹੇ ਨੇ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਕੱਲੀ ਚੀਜ਼ ਦੀ ਇਨਕੁਆਇਰੀ ਕਰਕੇ ਕੇਸ ਦਰਜ ਹੋਊਗਾ ਤੇ ਗੋਦਾਮ ਸੀਲ ਹੋਊਗਾ ਜੀ। ਹਰਪ੍ਰੀਤ ਸਿੰਘ ਪਿੰਡ ਰਸੂਲ ਵੱਲੋਂ ਸਾਨੂੰ ਸ਼ਿਕਾਇਤ ਸੀ ਤੇ ਅਸੀਂ ਉਹਦੇ ਸੰਬੰਧ ਵਿੱਚ ਇੱਥੇ ਜਿਹੜੀ ਯੂਨਾਈਟਿਡ ਇਸ ਤਰ੍ਹਾਂ ਦੀ ਕੋਈ ਜਾਲੀ ਮੈਡੀਸਨ ਦੀ ਰਿਕਵਰੀ ਹੋਈ ਆ? ਇਹ ਸਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਾਰੀ ਸੈਂਪਲਿੰਗ ਕਰ ਰਹੇ ਹਾਂ ਜੀ। ਅਸੀਂ ਸਾਰੇ ਸੈਂਪਲਿੰਗ ਕਰਕੇ ਵੱਖਰੀ ਲੈਬੋਰਟਰੀ ਨੂੰ ਭੇਜਾਂਗੇ ਅਸੀਂ ਤੇ ਉਹ ਜਿਹੜਾ ਹੈਗਾ ਇਨਵੈਸਟੀਗੇਸ਼ਨ ਦੇ ਨਾਲ ਜਿਹੜੇ ਸੈਂਪਲ ਦੇ ਰਿਜ਼ਲਟ ਆਉਣਗੇ ਤੇ ਪਤਾ ਲੱਗੂ ਇਹ ਜਾਲੀ ਹੈ। ਕਿੰਨੀ ਤਰ੍ਹਾਂ ਦੇ ਪ੍ਰੋਡਕਟ ਮਿਲੇ ਇੱਥੋਂ? ਇਹ ਹੁਣ ਕਰ ਰਹੇ ਹਾਂ ਜੀ, ਸਾਰੀ ਜਿਹੜੀ ਸੈਂਪਲਿੰਗ ਕਰ ਰਹੇ ਆ ਜੀ, ਜਿੰਨੇ ਦਾ ਸਾਰਾ ਸਟਾਕ ਬਣਾ ਰਹੇ ਆ
ਠੀਕ ਹੈ ਨਾ ਜੀ। ਇਹ ਜਿਹੜੀ ਸਾਰੀ ਅਸੀਂ ਜਿਹੜੀ ਹੈਗੀ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਸਾਰੇ ਦੱਸਾਂਗੇ ਵੀ ਕਿੰਨੇ ਤਰ੍ਹਾਂ ਦੇ ਪ੍ਰੋਡਕਟ ਕਿਹੜੀ ਕੰਪਨੀ ਦਾ ਮਿਲਿਆ। ਇੱਥੋਂ ਦੀ ਇੱਕ ਯੂਨਿਕ ਕੀ ਕਾਰਵਾਈ ਹੋਈ ਆਪਣੀ ਡਿਪਾਰਟਮੈਂਟ ਦੀ? ਬਿਲਕੁਲ ਜੀ, ਅਸੀਂ ਜਿਹੜਾ ਹੈਗਾ ਇਹਦੀ ਸੈਂਪਲਿੰਗ ਕਰਕੇ ਇਹਨੂੰ ਗੋਡਾਊਨ ਨੂੰ ਸੀਲ ਕਰਾਂਗੇ ਜੀ। ਤੇ ਜਿਹੜੇ ਆਪਣੇ ਉਹ ਜਿਹੜੀ ਕੰਪਨੀ ਦਾ ਸਮਾਨ ਬਰਾਮਦ ਕੀਤਾ, ਜੇ ਉਹ ਰਿਜ਼ਲਟ ਜਿਹੜੇ ਹੈਗੇ ਆ ਫੇਲ ਹੁੰਦੇ ਆ ਤਾਂ ਅਸੀਂ ਸਾਰੀਆਂ ਜਿਹੜੀਆਂ ਕੰਪਨੀਆਂ ਸਪਲਾਇਰ ਸਾਰਿਆਂ ਨੂੰ ਜਿਹੜੇ ਹੈਗੇ ਬੁਲਾ ਕੇ ਉਹਨਾਂ ਖਿਲਾਫ ਕਾਰਵਾਈ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ। ਲੁਧਿਆਣਾ ਦੇ ਹਲਕਾ ਵੈਸਟ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਚੋਣ ਲੜਨਗੇ। ਇਸ ਨੂੰ ਲੈ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਉਮੀਦਵਾਰ ਐਲਾਨੇ ਜਾਣ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ ਅਤੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕਰੇਗੀ ਤੇ 2022 ਦੀਆਂ ਚੋਣਾਂ ਦੇ ਵਿੱਚ ਵੱਡੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਤੁਸੀਂ ਪਹਿਲੀ ਤਾਂ ਇਹ ਗੱਲ ਦੇਖੋ ਕਿ ਦੂਸਰੀਆਂ ਪਾਰਟੀਆਂ ਨੂੰ ਹਲੇ ਉਹਨਾਂ ਤੋਂ ਅੰਦਰੂਨੀ ਮਸਲੇ ਹੀ ਨਹੀਂ ਹੱਲ ਹੋ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਸਿਸਟਮ ਦੇਖ ਲਓ, ਕਿੰਨੀ ਵਧੀਆ ਪਾਰਟੀ ਹੈ ਕਿ ਉਹਨਾਂ ਨੇ ਆਪਣੇ 97 ਵਿੱਚੋਂ 64 ਉਮੀਦਵਾਰ ਐਲਾਨ ਵੀ ਦਿੱਤੇ ਅੱਜ। ਇਹ ਗੱਲ ਇੱਕ ਸਪਸ਼ਟ ਕਰਦੀ ਹੈ ਕਿ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਇੱਕ ਬਹੁਤ ਹੀ ਸੁਚੇਤ ਰਾਜਨੀਤਿਕ ਨੇ ਤੇ ਉਹ ਚੋਣ ਕਰਨ ਲੱਗੇ ਵੀ ਉਹਨਾਂ ਨੇ ਉਹ ਸਾਰੇ ਲੋਕ ਚੋਣ ਕੀਤੇ ਜਿਹੜੇ ਧਰਤੀ ਨਾਲ ਜੁੜੇ ਹੋਏ ਨੇ ਤੇ ਮੈਂ ਸਮਝਦਾ ਮੈਂ ਧੰਨਵਾਦੀ ਵੀ ਹਾਂ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਲੁਧਿਆਣਾ ਵੈਸਟ ਤੋਂ ਇਹ ਸੇਵਾ ਦਾ ਮੌਕਾ ਦਿੱਤਾ। ਮੈਨੂੰ ਯਾਦ ਹੈ ਕਿ 1997 ਵਿੱਚ ਮੈਨੂੰ 16 ਜਨਵਰੀ 1997 ਨੂੰ ਇਲੈਕਸ਼ਨ ਤੋਂ 19 ਦਿਨ ਪਹਿਲਾਂ ਟਿਕਟ ਮਿਲੀ ਸੀ ਤੇ ਇਸ ਵਾਰੀ ਤਾਂ ਪੌਣੇ 4 ਮਹੀਨੇ ਆ, ਅਸੀਂ 19 ਦਿਨਾਂ 'ਚ ਸੀਟ ਲੋਕਾਂ ਦੇ ਪਿਆਰ ਨਾਲ ਜਿੱਤ ਲਈ ਸੀ। ਹੁਣ ਤਾਂ 4 ਮਹੀਨੇ ਬਹੁਤ ਵੱਡਾ ਸਮਾਂ ਹੈਗਾ। ਇਹਨਾਂ 4 ਮਹੀਨਿਆਂ ਵਿੱਚ ਜਿਹੜੀਆਂ ਕਾਂਗਰਸ ਦੀਆਂ ਜ਼ਿਆਦਤੀਆਂ ਕਾਂਗਰਸ ਦੇ ਝੂਠੇ ਵਾਅਦੇ, ਕਾਂਗਰਸ ਨੇ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀਤੀ, ਜੋ ਅੱਜ ਇੱਥੇ ਗੈਂਗਸਟਰਾਂ ਦਾ ਰਾਜ ਹੋਇਆ, ਹਰ ਲੋਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਨੇ, ਉਹ ਸਾਰੀਆਂ ਗੱਲਾਂ ਲੋਕਾਂ ਤੱਕ ਲਿਜਾਵਾਂਗੇ ਕਿਉਂਕਿ ਇਹ ਇੱਕ ਵੱਖਰਾ ਇਲਾਕਾ ਸਾਰੇ ਪੰਜਾਬ ਨਾਲੋਂ। ਹਲਕਾ ਦਾਖਾ ਤੋਂ ਮੁੜ ਤੋਂ ਉਮੀਦਵਾਰ ਐਲਾਨੇ ਜਾਣ ਤੇ ਮਨਪ੍ਰੀਤ ਸਿੰਘ ਇਆਲੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਏ ਨੇ ਅਤੇ ਨਾਲ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਲਾਕਾ ਵਾਸੀ ਨੇ ਪਹਿਲੇ ਵੀ ਉਹਨਾਂ ਤੋਂ ਬੜਾ ਸਹਿਯੋਗ ਦਿੱਤਾ ਤੇ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਦੀ ਉਮੀਦ ਕਰਦੇ ਨੇ। ਇਆਲੀ ਕਲਾਂ ਗੁਰਦੁਆਰਾ ਸਾਹਿਬ ਥੜਾ ਸਾਹਿਬ, ਜਿਸ ਨੂੰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਆ। ਇਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਮੱਥਾ ਟੇਕ ਕੇ ਜੋ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ, ਜਿਸ ਦੀ ਬੜੀ ਅਪਾਰ ਕਿਰਪਾ ਦੇ ਨਾਲ ਪਹਿਲਾਂ ਵੀ ਬਤੌਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਉਸ ਤੋਂ ਬਾਅਦ 2 ਵਾਰ MLA ਦੇ ਤੌਰ ਤੇ ਉਸ ਪਰਮਾਤਮਾ ਨੇ ਸੇਵਾ ਕਰਨ ਦਾ ਜੋ ਮੌਕਾ ਦਿੱਤਾ ਤੇ ਹੁਣ ਪਾਰਟੀ ਨੇ ਫਿਰ ਜੋ ਹਲਕੇ ਦਾਖੇ ਤੋਂ ਉਮੀਦਵਾਰ ਬਣਾ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਭੇਜਿਆ ਹੈ। ਇਸ ਲਈ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਕੈਂਪੇਨ ਸ਼ੁਰੂ ਕੀਤੀ ਜਾਊਗੀ ਅਤੇ ਪਰਮਾਤਮਾ ਮਿਹਰ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿ ਵੱਧ ਚੜ੍ਹ ਕੇ ਜਿੱਥੇ ਲੋਕਾਂ ਦੀ ਸੇਵਾ ਕਰਾਂਗੇ ਉੱਥੇ ਲੋਕਾਂ ਦੇ ਸਹਿਯੋਗ ਦੇ ਨਾਲ, ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਜਿਹੜੀ ਸੀਟ ਹੈਗੀ ਹੈ ਇਸ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਤੇ ਪਾਰਟੀ ਹਾਈ ਕਮਾਂਡ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਰ ਸੁਖਬੀਰ ਸਿੰਘ ਜੀ ਬਾਦਲ ਜੋ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਜਿਨ੍ਹਾਂ ਨੇ ਮੈਨੂੰ ਦੁਬਾਰਾ ਫਿਰ ਟਿਕਟ ਦੇ ਕੇ ਉਮੀਦਵਾਰ ਬਣਾ ਕੇ ਲੋਕਾਂ ਦੀ ਕਚਹਿਰੀ ਵਿੱਚ ਭੇਜਿਆ। ਕੇਂਦਰ ਸਰਕਾਰ ਦੇ ਵੱਲੋਂ 17 ਸਤੰਬਰ 2020 ਨੂੰ ਪਾਸ ਕੀਤੇ ਗਏ ਖੇਤੀ ਕਾਨੂੰਨ ਨੂੰ 1 ਸਾਲ ਪੂਰਾ ਹੋਣ ਜਾ ਰਿਹਾ, ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਦਿੱਲੀ ਪਾਰਲੀਮੈਂਟ ਦੇ ਘਰਾਓ ਦਾ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ, ਜਿਸ ਨੂੰ ਲੈ ਕੇ ਰਾਏਕੋਟ ਦੇ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਬੈਠਕ ਕੀਤੀ ਗਈ। ਇਸ ਦੌਰਾਨ ਹਲਕਾ ਰਾਏਕੋਟ ਤੋਂ ਦਿੱਲੀ ਦੇ ਲਈ ਵਿਸ਼ਾਲ ਕਾਫਲੇ ਲਿਜਾਣ ਸੰਬੰਧੀ ਵਿਚਾਰ ਚਰਚਾ ਹੋਈ ਹੈ। ਸਰਕਲ ਪ੍ਰਧਾਨਾਂ ਅਤੇ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਨੇ। ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਦੁਆਰਾ ਰਾਏਕੋਟ ਵਿਖੇ ਮੀਟਿੰਗ ਰੱਖੀ ਗਈ, ਜਿਸ ਵਿੱਚ ਦਾਸ ਤੇ ਸਮੁੱਚੀ ਟੀਮ ਨੇ ਇਹ ਫੈਸਲਾ ਕੀਤਾ ਕਿ ਜੋ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦਾ ਹੁਕਮ ਆ 17 ਤਰੀਕ ਨੂੰ, ਜਿਹੜੇ ਕਿ ਸੈਂਟਰ ਗਵਰਨਮੈਂਟ ਨੇ ਕਾਲੇ ਕਾਨੂੰਨ ਪਾਸ ਕਰਕੇ ਸਾਡੇ ਕਿਸਾਨਾਂ ਦੇ ਸਿਰ ਦੇ ਉੱਤੇ ਇੱਕ ਬੜਾ ਵੱਡਾ ਗੰਡਾਸਾ ਮਾਰਿਆ, ਉਹਦੇ ਲਈ 17 ਤਰੀਕ ਨੂੰ ਜਿਹੜਾ 17 ਤਰੀਕ ਨੂੰ 1 ਸਾਲ ਹੋ ਗਿਆ ਪੂਰਾ, ਉਹਦੇ ਲਈ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਤੇ BSP ਦੇ ਸਮੁੱਚੇ ਵਰਕਰ ਨੇ ਫੈਸਲਾ ਤਹਈਆ ਕੀਤਾ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਕਾਰਾਂ, ਬੱਸਾਂ ਤੇ ਜੋ ਵੀ ਹੋਰ ਸਾਧਨ ਹੋਣਗੇ ਉਹ ਲੈ ਕੇ ਅਸੀਂ ਘਰਾਓ ਕਰ ਲਈ। ਜਿਹੜਾ ਪ੍ਰਧਾਨ ਸਾਹਿਬ ਜੀ ਦਾ ਹੁਕਮ ਆ ਉਹਦੇ ਹੁਕਮ ਤੋਂ ਵੀ ਵੱਧ ਤੋਂ ਵੱਧ ਸੰਗਤ ਲੈ ਕੇ ਅਸੀਂ ਉੱਥੇ ਪਹੁੰਚਾਂਗੇ
ਤਾਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਵੱਲੋਂ ਜਿਹੜਾ ਘਰਾਓ ਦਾ ਪ੍ਰੋਗਰਾਮ ਦਿੱਤਾ ਹੈ ਉਹ ਅਸੀਂ ਕਰਾਂਗੇ। ਜੋ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕਾਲ ਆਈ ਹੋਈ ਆ ਵੀ 17 ਤਰੀਕ ਨੂੰ ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ ਜਿਹੜਾ ਕਾਲਾ ਦਿਵਸ ਵਜੋਂ ਜਿਹੜੀ ਪਾਰਲੀਮੈਂਟ ਆ ਹਿੰਦੁਸਤਾਨ ਦੀ ਉਹ ਘੇਰਨੀ ਆ, ਉਹਦੇ ਸੰਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਾਫਲੇ ਸਾਰੇ ਹਲਕਿਆਂ 'ਚੋਂ ਦਿੱਲੀ ਜਾ ਰਹੇ ਆ। ਉਸ ਦੇ ਸੰਬੰਧ ਵਿੱਚ ਅੱਜ ਰਾਏਕੋਟ ਹਲਕੇ ਦੇ ਵਿੱਚ ਮੀਟਿੰਗ ਰੱਖੀ ਗਈ ਸੀ, ਜਿਹਦੇ ਵਿੱਚ ਸਮੁੱਚੇ ਨੌਜਵਾਨ ਤੇ ਬਜ਼ੁਰਗ ਸਾਥੀ, ਸੀਨੀਅਰ ਲੀਡਰਸ਼ਿਪ, ਯੂਥ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਸਾਹਿਬਾਨ ਸਾਰਿਆਂ ਨੇ ਰਲ ਮਿਲ ਕੇ ਸਾਥ ਦਿੱਤਾ ਤੇ ਅੱਜ ਮੀਟਿੰਗ ਕੀਤੀ ਗਈ ਆ। ਉਹਦੀ ਅਸੀਂ ਰੂਪਰੇਖਾ ਤਿਆਰ ਕੀਤੀ ਵੀ 16 ਤਰੀਕ ਨੂੰ ਰਾਏਕੋਟ ਵਿੱਚੋਂ ਇੱਕ ਵੱਡਾ ਕਾਫਲਾ ਦਿੱਲੀ ਵੱਲ ਨੂੰ ਕੂਚ ਕਰੇਗਾ, ਜੋ ਕਿ 17 ਤਰੀਕ ਨੂੰ ਜਾ ਕੇ ਉੱਥੇ ਪਾਰਲੀਮੈਂਟ ਦਾ ਘਿਰਾਓ ਕਰੇਗਾ। ਕੇਂਦਰ ਦੇ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 17 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਕਾਬਗੰਜ ਸਾਹਿਬ ਤੋਂ ਅਰਦਾਸ ਕਰਕੇ ਸੰਸਦ ਦੇ ਵੱਲ ਰੋਸ ਮਾਰਚ ਕੱਟੇ ਜਾਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਇਸ ਰੋਸ ਮਾਰਚ ਦੇ ਵਿੱਚ ਲੁਧਿਆਣਾ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਣਗੇ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਤੋਂ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਦੇ ਵੱਲੋਂ ਅਹਿਮ ਬੈਠਕ ਕੀਤੀ ਗਈ ਅਤੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਦਿੱਲੀ ਲਈ ਰਵਾਨਾ ਹੋਣਗੇ। ਮੀਟਿੰਗ ਦੌਰਾਨ ਦਰਸ਼ਨ ਸਿੰਘ ਸ਼ਿਵਾਲਿਕ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀਆਂ ਮੰਗਾਂ ਲਈ ਹਮੇਸ਼ਾ ਹੀ ਸੰਘਰਸ਼ ਦੇ ਵਿੱਚ ਯੋਗਦਾਨ ਦੇਣ ਤੋਂ ਪਿੱਛੇ ਨਹੀਂ ਰਹੀ ਹੈ ਅਤੇ ਕਿਸਾਨ ਦੇ ਹੱਕ ਵਿੱਚ ਡਟ ਕੇ ਖੜੀ ਰਹੀ ਹੈ। ਵਿਰੋਧੀ 3 ਬਿੱਲ ਜਿਹੜੇ ਪਾਸ ਹੋਏ ਨੇ, ਜਿਸ ਦਾ ਕਿ ਲਗਾਤਾਰ 1 ਸਾਲ ਤੋਂ ਵੱਖ-ਵੱਖ ਕਿਸਾਨਬੰਦੀਆਂ ਵਿਰੋਧ ਕਰ ਰਹੀਆਂ ਨੇ, ਲੇਕਿਨ ਜਿਹੜੀ ਕੇਂਦਰ ਸਰਕਾਰ ਆ ਉਹ ਝੁਕਣ ਨੂੰ ਤਿਆਰ ਨਹੀਂ ਹੋਈ। ਸੋ 17 ਤਰੀਕ ਨੂੰ ਸਾਡੇ ਮਾਨਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਫੈਸਲਾ ਲਿਆ ਵਾ ਕਿ 17 ਤਰੀਕ ਨੂੰ ਰਕਾਬਗੰਜ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਾਰਲੀਮੈਂਟ ਤੱਕ ਰੋਸ ਮਾਰਚ ਕੀਤਾ ਜਾਣਾ ਵਾ। ਸੋ ਉਹਦੇ ਸੰਬੰਧ ਵਿੱਚ ਅੱਜ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡਾਂ ਦੇ ਵਿੱਚ ਵਰਕਰ ਸਾਹਿਬਾਨ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਬਹੁਤ ਵੱਡੇ ਜੋਸ਼ ਨਾਲ ਇਹ ਇੰਸ਼ੋਰੈਂਸ ਦਿੱਤੀ ਆ ਕਿ ਅਸੀਂ ਬਹੁਤ ਵੱਡੀ, ਮੇਰੇ ਖਿਆਲ ਸਾਨੂੰ ਤਾਂ 500 ਹਲਕਾ ਵਾਰ ਵਰਕਰ ਸਾਹਿਬਾਨ ਦੀ ਡਿਊਟੀ ਲੱਗੀ ਸੀ। ਜਿਹੜੇ ਹਿਸਾਬ ਨਾਲ ਵਰਕਰ ਸਾਹਿਬਾਨ ਦੇ ਵਿੱਚ ਜੋਸ਼ ਹੈਗਾ, ਮੇਰੇ ਖਿਆਲ ਤਾਂ 1000 ਬੰਦੇ ਤੋਂ ਉੱਤੇ ਹਲਕਾ ਗਿੱਲ ਦੇ ਵਿੱਚ ਵਰਕਰ ਸਾਹਿਬਾਨ ਹੋ ਜਾਣੇ ਨੇ। ਸੋ ਅਸੀਂ 16 ਤਰੀਕ ਨੂੰ ਰਾਤ ਦੇ 10 ਵਜੇ ਜਿਹੜਾ ਮੇਨ ਦਫ਼ਤਰ ਆ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦਾ, ਉੱਥੋਂ ਚੱਲਾਂਗੇ ਅਤੇ ਸਵੇਰੇ ਸ਼੍ਰੀ ਰਕਾਬਗੰਜ ਸਾਹਿਬ ਜਿਹੜਾ ਗੁਰੂ ਘਰ ਆ ਉਹਦੇ ਵਿੱਚ ਸਵੇਰੇ ਜਾ ਕੇ ਉੱਥੋਂ ਅਸੀਂ ਅਰਦਾਸ ਕਰਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਪਾਰਲੀਮੈਂਟ ਵਾਲੇ ਪਾਸੇ ਜਿਹੜਾ ਰੋਸ ਧਰਨੇ ਵਿੱਚ ਸ਼ਾਮਲ ਹੋਣਾ। ਉਧਰ ਜਗਰਾਉਂ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੀ 7ਵੀਂ ਵਰ੍ਹੇਗੰਢ ਮੌਕੇ ਗੁਰਦੁਆਰਾ ਗੁਰੂਸਰ ਕੌਂਕੇ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੇ ਵਿੱਚ ਪੰਜਾਬ ਭਰ ਤੋਂ ਸਿੱਖ ਆਗੂਆਂ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਫੈਡਰੇਸ਼ਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਨੌਜਵਾਨਾਂ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਲਾਮਬੰਦ ਕੀਤਾ। ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਦੀ 77ਵੀਂ ਵਰ੍ਹੇਗੰਢ ਗੁਰਦੁਆਰਾ ਗੁਰੂਸਰ ਕੌਂਕੇ ਵਿਖੇ ਬੜੇ ਖਾਲਸਾਈ ਜਾਹੋ ਜਲਾਲ ਮਨਾਈ ਗਈ ਆ, ਜਿਹਦੇ ਵਿੱਚ ਸਾਨੂੰ ਬੜਾ ਮਾਣ ਦਿੱਤਾ ਕੌਮ ਦੇ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੇ। ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬਹੁਤ ਸਤਿਕਾਰਯੋਗ ਬੇਟੀ ਸਤਵੰਤ ਕੌਰ ਪਹੁੰਚੀ ਆ ਅਤੇ ਆਪਣੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਸਪੁੱਤਰ ਸਾਡੇ ਕੋਲ ਪਹੁੰਚੇ ਨੇ। ਬਹੁਤ ਮਹਾਨ ਜਰਨੈਲ ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਵੱਲੋਂ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਉਹਨਾਂ ਦੀ ਭੈਣ ਕਮਲਜੀਤ ਕੌਰ ਪਹੁੰਚੀ ਆ। ਲਖਵਿੰਦਰ ਸਿੰਘ ਜੀ ਲੱਖਾ ਬੰਦੀ ਜਿਹੜੇ ਸਾਡੇ ਸਿੱਖ ਬੰਦੀ ਨੇ ਉਹ ਪਹੁੰਚੇ ਨੇ। ਸਾਡੇ ਨਾਲ ਜੰਗ ਸਿੰਘ ਹੋਣੀ ਪਹੁੰਚੇ ਨੇ। ਹੋਰ ਵੀ ਬਹੁਤ ਸਤਿਕਾਰਕ ਸ਼ਖਸੀਅਤਾਂ, ਸਾਡਾ ਨੌਜਵਾਨ ਅੰਮ੍ਰਿਤਪਾਲ ਬਿੱਲਾ ਜਿਹੜਾ ਕਿ ਕੌਮ ਦੀ ਇਸ ਅਗਵਾਈ ਕਰਦਾ, ਇਸ ਕਲਾਕਾਰਾਂ ਦੇ ਕਹਿੰਦੇ ਹੁੰਦੇ ਆ ਫੀਲਡ ਦੇ ਵਿੱਚ ਅੰਮ੍ਰਿਤਧਾਰੀ ਹੋ ਕੇ। ਹੋਰ ਵੀ ਸੰਤ ਮਹਾਂਪੁਰਸ਼ ਬਹੁਤ ਵੱਡੀ ਗਿਣਤੀ ਪਹੁੰਚੇ ਆ, ਵਰਕਰ ਪਹੁੰਚੇ ਆ ਕੁੱਲ ਪੰਜਾਬ ਤੋਂ। ਇਸ ਸਮੇਂ 'ਤੇ ਹਰ ਵਰਕਰ ਦੇ ਮਨ ਦੇ ਅੰਦਰ ਆਪਣੀ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਆਈ ਆ। ਲੁਧਿਆਣਾ ਖਬਰਨਾਮਾ ਦੇ ਵਿੱਚ ਖਬਰਾਂ ਹਲੇ ਹੋਰ ਵੀ ਨੇ, ਜਿਸ ਤੇ ਨਜ਼ਰ ਪਾਵਾਂਗੇ। ਇਸ ਬ੍ਰੇਕ ਤੋਂ ਬਾਅਦ ਤੁਸੀਂ ਵੇਖਦੇ ਰਹੋ ਲੁਧਿਆਣਾ ਖਬਰਨਾਮਾ। ਦਰੋਹਾ ਦੇ ਵਿੱਚ ਕਿਸਾਨ ਯੂਨੀਅਨ ਦੇ ਵੱਲੋਂ ਇੱਕ ਨਿੱਜੀ ਸਿਨੇਮਾ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕੰਗਨਾ ਰਣੌਤ ਦੀ ਫਿਲਮ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦੇ ਵੱਲੋਂ ਕੰਗਨਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਹਮੇਸ਼ਾ ਹੀ ਕਿਸਾਨ ਵਿਰੋਧੀ ਰਹੀ ਹੈ, ਇਸ ਕਰਕੇ ਉਹ ਕੰਗਨਾ ਰਣੌਤ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣਗੇ। ਦੂਜੇ ਪਾਸੇ ਕਿਸਾਨਾਂ ਦੇ ਰੋਹ ਨੂੰ ਵੇਖਦੇ ਹੋਏ ਸਿਨੇਮਾ ਘਰ ਦੇ ਮੈਨੇਜਰ ਨੇ ਵੀ ਕੰਗਨਾ ਰਣੌਤ ਦੀ ਫਿਲਮ ਨੂੰ ਹਟਾਉਣ ਦੀ ਗੱਲ ਆਖੀ ਹੈ ਅਤੇ ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਖਤਮ ਕੀਤਾ।
ਸਮਰਾਲਾ ਦੇ ਇੱਕ ਪਿੰਡ ਦੇ ਵਿੱਚ 70 ਸਾਲ ਦੇ ਕਰੀਬ ਵਿਧਵਾ ਮਹਿਲਾ ਸ਼ਿੰਦਰ ਕੌਰ ਜ਼ਰੂਰੀ ਸਹੂਲਤਾਂ ਤੋਂ ਬਿਨਾਂ ਜ਼ਿੰਦਗੀ ਜਿਉਣ ਨੂੰ ਮਜਬੂਰ ਹੈ। ਬਜ਼ੁਰਗ ਦੀ ਕੋਈ ਔਲਾਦ ਨਹੀਂ ਅਤੇ ਪਿਛਲੇ 25 ਵਰ੍ਹਿਆਂ ਤੋਂ ਇਹ ਮਹਿਲਾ ਬਿਨਾਂ ਬਿਜਲੀ ਤੋਂ ਗੁਜ਼ਾਰਾ ਕਰ ਰਹੀ ਹੈ। ਨਹੀਂ ਮਹਿਲਾ ਦੇ ਘਰ ਦੀ ਛੱਤ ਵੀ ਟੈਟੇਰੀ ਹੋ ਚੁੱਕੀ ਹੈ ਤੇ ਗਰੀਬੀ ਕਰਕੇ ਉਸਦੇ ਕੋਲ ਘਰ ਦੇ ਹਾਲਾਤ ਸੁਧਾਰਨ ਦੇ ਲਈ ਕੋਈ ਸਾਧਨ ਵੀ ਮੌਜੂਦ ਨਹੀਂ। ਪ੍ਰਸ਼ਾਸਨ ਦੇ ਵੱਲੋਂ ਵੀ ਲਿਖਤੀ अपील किए जाने के बावजूद कोई भी मदद नहीं की गई। पिंड वासियों का कहना है कि इस बजुर्ग की हालत तो मौजूदा विधायक भी चंगी तरह जाणू ने पर किसी भी तरह की कोई भी मदद नहीं की गई। दूजे पासे समराले के BDPO का कहना है कि उन्होंने पिछले महीने ही अपना चार्ज संभालिया ते ये मामला उन्होंने ध्यान में आया, जल्द ही महिला की मदद की जाएगी। ਕੀ ਨਾਮ ਹੈ ਮਾਤਾ ਤੁਹਾਡਾ? ਸਿੰਦਰ ਕੌਰ ਜੀ। ਕਿੰਨੀ ਉਮਰ ਹੈ? 70 ਸਾਲ ਦੀ ਜੀ। ਮਾਤਾ ਕੀ ਜਿਹੜਾ ਤੁਹਾਡੇ ਘਰ ਨੂੰ ਗਿਰੇ ਨੂੰ ਕਿੰਨਾ ਚਿਰ ਹੋ ਗਿਆ? ਇਹ ਜੀ ਡਿਗੇ ਨੂੰ ਤਾਂ 10 ਸਾਲ ਹੋ ਗਏ, ਮੰਨ 2.5 ਸਾਲ ਹੋ ਗਏ ਪੱਕਾ ਡਿਗੇ ਨੂੰ। 2.5 ਸਾਲ ਹੋ ਗਏ ਕਿਸੇ ਨੇ ਸੁਣਵਾਈ ਨਹੀਂ ਕਰੀ ਹੈਗੀ। ਆਉਂਦੇ ਨੇ ਬਥੇਰੇ ਵੋਟਾਂ ਵਾਲੇ, ਝਾੜੂ ਵਾਲੇ ਆਉਂਦੇ ਨੇ, ਕਾਲੀ ਆਉਂਦੇ ਨੇ, ਕਾਂਗਰਸ ਆਉਂਦੀ ਆ, ਕੋਈ ਸਾਡੀ ਸੁਣਵਾਈ ਨਹੀਂ ਕਰਦਾ ਹੈਗਾ। ਕਹਿੰਦੇ ਨੇ ਪਾਵਾਂਗੇ, ਕੋਈ ਪੂਛ ਨਹੀਂ ਫੜਾਉਂਦਾ ਸਾਨੂੰ। ਅਸੀਂ ਮੈਂ ਅਮਰੀਕ ਸਿੰਘ ਢਿੱਲੋਂ ਦੇ ਹੱਥ ਵੀ ਫੜੇ ਨੇ ਜਦ ਸਾਡੀ ਧਰਮਸ਼ਾਲਾ 'ਚ ਆਇਆ ਤਾਂ ਪਿਛਲੇ ਇਲੈਕਸ਼ਨ, ਉਹਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰੀ। ਸਮਰਾਜ ਦਰਖਾਸਤ ਦਿੱਤੀ, ਸਾਡੀ ਕੋਈ ਸੁਣਵਾਈ ਨਹੀਂ ਕਰੀ। ਲਾਈਟ ਵੀ ਹੈਗੀ ਹੈ ਕਿ ਨਹੀਂ? ਨਾ ਜੀ, ਲਾਈਟ ਮੇਰੇ 25-30 ਸਾਲ ਹੋ ਗਏ, ਲਾਈਟ ਨੂੰ 25 ਸਾਲ ਤੇ ਵੱਧ ਹੋ ਗਏ, ਸਾਡੇ ਲਾਈਟ ਨਹੀਂ ਹੈਗੀ। ਕੀ ਕਰਨਾ, ਲਾਈਟ ਕਿਉਂ ਨਹੀਂ ਲੱਗੀ? ਉਹ ਜੀ ਮੇਰੇ ਪਹਿਲਾਂ ਪਾਪੇ ਦੇ ਨਾਂ 'ਤੇ ਮੀਟਰ ਲਾ ਕੇ ਲੈ ਗਏ, ਮੇਰੇ ਤੋਂ ਬਿੱਲ ਨਹੀਂ ਭਰਾ ਹੋਇਆ, ਉਹ ਲਾ ਕੇ ਲੈ ਗਏ। ਮਤਲਬ ਸਰਕਾਰਾਂ ਤਾਂ ਵੱਡੇ ਦਾਅਵੇ ਕਰਦੀ ਆ ਵੀ ਫਰੀ ਬਿਜਲੀ ਦਿੱਤੀ ਜਾਊਗੀ, ਤੇਰੇ ਘਰੇ ਮੀਟਰ ਵੀ ਹੈ ਨਹੀਂ। ਨਾ ਜੀ ਨਾ ਪਾਣੀ ਦਾ ਸਾਧਨ ਆ, ਨਾ ਮੀਟਰ ਦਾ ਸਾਧਨ ਆ, ਨਾ ਮੋਦੀ ਨੇ ਸਿਲੰਡਰ ਸਭ ਨੂੰ ਵੰਡੇ ਨੇ, ਸਾਨੂੰ ਨਹੀਂ ਮਿਲਿਆ। 3 ਵਾਰੀ ਫਾਰਮ ਭਰਾਤੇ, ਸਾਡੇ ਆਂਢੀਆਂ ਗਵਾਂਢੀਆਂ ਕੋਈ ਵੀ ਨਹੀਂ, ਸਾਨੂੰ ਨਹੀਂ ਮਿਲਿਆ ਜੀ ਇੱਕ ਨਾ, ਸਾਨੂੰ ਕੁਛ ਨਹੀਂ ਮਿਲਿਆ। ਲੋਕਡਾਊਨ ਦੇ ਵਿੱਚ ਰਾਸ਼ਨ ਵੰਡਿਆ ਸੰਗਾਰਾ ਸਿੰਘ ਨੇ, ਸਾਨੂੰ 10 ਕਿਲੋ ਦੀ ਥੈਲੀ ਉਹਨੇ ਆਟੇ ਦੀ ਦਿੱਤੀ ਆ, 1 ਕਿਲੋ ਛੋਲੇ, ਕਿਲੋ ਚੀਨੀ, ਸਾਨੂੰ ਹੋਰ ਕੁਛ ਨਹੀਂ ਮਿਲਿਆ ਲੋਕਡਾਊਨ 'ਚ ਵੀ। ਤਕਰੀਬਨ ਇਹਨੂੰ ਮਾਤਾ ਨੂੰ ਰਹਿੰਦੇ ਨੂੰ ਹੋ ਗਏ ਜਿਵੇਂ 25-30 ਸਾਲ। ਜਿਹੜਾ ਮਕਾਨ ਦੀ ਛੱਤ ਢਾਈ ਆ ਇਹਨੂੰ ਹੋ ਗਏ 2.5-3 ਸਾਲ ਤੇ ਇਹਦੀ ਦਰਖਾਸਤ ਵੀ ਲੱਗੀ ਸੀ IDO ਸਾਹਿਬ ਦੇ, ਪਰ ਕੋਈ ਗੱਲਬਾਤ ਬਣੀ ਨਹੀਂ ਹੈਗੀ ਤੇ ਮਾਤਾ ਦਾ ਹੈਗੀ ਬਹੁਤ ਮੁਸ਼ਕਿਲ 'ਚ। ਹਾਂਜੀ, ਕੀ ਦਿੱਕਤਾਂ ਦੇ ਘਰੇ? ਦਿੱਕਤ ਬਿਜਲੀ ਵੀ ਹੈ ਨਹੀਂ ਗੀ, ਬਾਥਰੂਮ ਵੀ ਹੈ ਨਹੀਂ, ਲੈਟਰਿਨ ਵੀ ਹੈ ਨਹੀਂ ਗੀ, ਗੈਸ ਚੁੱਲ੍ਹਾ ਵੀ ਹੈ ਨਹੀਂ, ਕੁਛ ਵੀ ਹੈ ਨਹੀਂ ਗੀ, ਇੱਕ ਬਸ ਜ਼ਿੰਦਗੀ ਬਸਰ ਕਰ ਰਹੀ ਹੈ ਜੀ। ਨਹੀਂ ਐਡਾ ਬੜਾ ਪਿੰਡ ਆ, ਕੋਈ ਪਿੰਡ 'ਚੋਂ ਨਹੀਂ ਮਦਦ? ਨਹੀਂ, ਕਿਸੇ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਜੀ ਇਹਨਾਂ ਨੇ। ਅੱਡੇ ਲੰਗਰ ਲਾ ਦਿੰਦੇ ਨੇ? ਬਸ ਲੰਗਰ ਤਾਂ ਲਾਈ ਜਾਂਦੇ ਨੇ ਜੀ, ਊਂ ਗਰੀਬ ਦੀ ਕੋਈ ਮਦਦ ਨਹੀਂ ਕਰਦਾ ਹੈਗਾ। ਦੇਖੋ ਜੀ, ਮੈਂ ਤਾਂ ਅਜੇ 1 ਮਹੀਨਾ ਹੋਇਆ ਇੱਥੇ ਜੁਆਇਨ ਕੀਤੇ ਨੂੰ, ਮੇਰੇ ਧਿਆਨ 'ਚ ਇਹੋ ਜਿਹਾ ਕੋਈ ਮਸਲਾ ਆਇਆ ਨਹੀਂਗਾ ਤੇ ਬਾਕੀ ਅਸੀਂ ਇਹਦੀ ਇਨਕੁਆਇਰੀ ਕਰਾ ਲੈਂਦੇ ਹਾਂ ਜੀ। ਉਹਨੇ ਐਪਲੀਕੇਸ਼ਨ ਦਿੱਤੀ, ਉਹਦੇ ਤੋਂ ਹੁਣ ਤੱਕ ਕਿਉਂ ਨਹੀਂ ਕਾਰਵਾਈ ਹੋਈ, ਜਾਂ ਜੋ ਵੀ ਉਹਨੂੰ ਸਹੂਲਤਾਂ ਦੀ ਲੋੜ ਹੈ ਤਾਂ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੋਏਗੀ ਅਸੀਂ ਆਪਣੇ ਵੱਲੋਂ ਵੀ ਸੰਭਵ ਕੋਸ਼ਿਸ਼ ਕਰਕੇ ਉਹਦੀ ਸਹੂਲਤਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਮੈਮ ਜਿਹੜੀਆਂ ਉਹਨੇ ਐਪਲੀਕੇਸ਼ਨਾਂ ਦਿੱਤੀਆਂ ਨੇ, ਜਿਹਨੇ ਨਹੀਂ ਕਾਰਵਾਈ ਪਾਈ ਹੈਗੀ, ਜੇ ਇਹਨੇ ਕਾਰਵਾਈ ਨਹੀਂ ਪਾਈ, ਜੇ ਕੋਈ ਗਲਤੀ ਕਿਸੇ ਦੀ ਸਾਡੇ ਦਫ਼ਤਰ ਦੀ ਕੋਈ ਗਲਤੀ ਹੋਏਗੀ ਤਾਂ ਅਸੀਂ ਉਸ ਕਰਮਚਾਰੀ ਤੇ ਉਹਦੀ ਕਾਰਵਾਈ ਕਰਾਂਗੇ। ਮੈਨੂੰ ਜੀ ਸਰਕਾਰ ਦੀਆਂ ਵੱਡੀਆਂ ਗੱਲਾਂ ਨੇ, ਸਾਰੇ ਵਾਅਦੇ ਕੀਤੇ ਜਾਂਦੇ ਨੇ, ਘਰ ਬਣਵਾਵਾਂਗੇ, ਸਿਲੰਡਰ ਫ੍ਰੀ ਦੇਵਾਂਗੇ, ਬਿਜਲੀ ਫ੍ਰੀ ਦੇਵਾਂਗੇ, ਪਰ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਕੁਝ ਵੀ ਨਹੀਂ ਮਿਲਿਆ। ਉਹਦੇ ਬਾਰੇ ਕੀ ਦੇਖਦੇ ਹੋ ਤੁਸੀਂ? ਦੇਖੋ ਜੀ, ਜੇ ਉਹਨੂੰ ਕੋਈ ਸਹੂਲਤ ਨਹੀਂ ਮਿਲੀ ਤਾਂ ਗਲਤੀ ਕਿਤੇ ਨਾ ਕਿਤੇ ਤਾਂ ਗਲਤੀ ਕਿਸੇ ਦੀ ਹੈ ਹੀ ਹੈ ਜੀ। ਜੇ ਉਹਨੂੰ ਸਹੂਲਤ ਨਹੀਂ ਮਿਲੀ, ਜਿਹੜੀਆਂ ਸਹੂਲਤਾਂ ਦੀ ਉਹਨੂੰ ਲੋੜ ਸੀ ਉਹਨੂੰ ਦੇਣੀਆਂ ਚਾਹੀਦੀਆਂ ਸੀ। ਅਸੀਂ ਇਹ ਕੋਸ਼ਿਸ਼ ਕਰਾਂਗੇ, ਇਹਦੇ 'ਚ ਅਸੀਂ ਇਨਕੁਆਇਰੀ ਵੀ ਕਰਾਂਗੇ ਵੀ ਕਿ ਪੰਚਾਇਤ ਨੇ ਕਿਉਂ ਉਹਦੇ 'ਤੇ ਕਾਰਵਾਈ ਕਿਉਂ ਨਹੀਂ ਕੀਤੀ। ਲੁਧਿਆਣਾ ਜਾਮਾ ਮਸਜਿਦ ਦੇ ਵਿੱਚ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਦਸਤਾਰਬੰਦੀ ਕੀਤੀ ਗਈ ਹੈ ਤੇ ਉਹਨਾਂ ਨੇ ਸ਼ਾਹੀ ਇਮਾਮ ਪੰਜਾਬ ਦਾ ਅਹੁਦਾ ਸੰਭਾਲਿਆ। ਇਸ ਸਮਾਗਮ ਦੇ ਵਿੱਚ ਭਾਰਤ ਦੇ ਚੀਫ ਇਮਾਮ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ ਅਤੇ ਹੋਰ ਹਸਤੀਆਂ ਵੀ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਰਹੀਆਂ। ਜ਼ਿਕਰਯੋਗ ਹੈ ਕਿ ਮੌਲਾਨਾ ਉਸਮਾਨ ਦੇ ਪਿਤਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨੀ ਸ਼ਾਨੀ ਲੁਧਿਆਣਵੀ ਦਾ ਬੀਤੇ ਦਿਨੀ देहांत हो गया सी, जिस तो बाद हुण यह अहुदा उन्होंने बेटे ने संभालिया। देखिए, मैं सबसे पहले इस बात के लिए बेहद खुशी की बात है, आज मौलाना उस्मान रहमानी लुधियानवी को आज चीफ इमाम पंजाब हमने डिक्लेयर कर दिया है और हम उनसे ये उम्मीद करते हैं कि वो पूरे पंजाब ही नहीं, पूरे भारत ही नहीं, पूरे विश्व के अंदर इंसानियत के पैगाम को आम करेंगे। सारे धर्मों के साथ मिलजुल कर जिस तरह से उनके पिताजी ने जिम्मेदारी निभाई, जिस तरह से उन्होंने सभी धर्मों का आदर सम्मान किया और सबको लेकर जो इंसानियत का पाठ पढ़ाया, आज मैं भी यही उनसे उम्मीद करता हूँ और आज सबने यही उम्मीद करते हैं कि वो इंसानियत के पैगाम को आम करेंगे, आपसी भाईचारा मुल्क के अंदर बना रहे, आपस में मिलजुल कर रहेंगे
और तमाम सारे लोगों का भलाई के लिए काम आएंगे, ऐसी हमें आज उनसे उम्मीद है। और अज का जो साढ़े अति सत्कारयोग इस मस्जिद के जामा मस्जिद के इमाम साहब जिन्हों का इंतकाल होने तो बाद अज उन्होंने बेटे मोहम्मद उस्मान रहमानी जी जो अज का जो इस शाही इमाम नियुक्त किया गया, मैं सारे ही धर्मों वालों उन्होंने सत्कार करदा जिन्हों ने इस नियुक्ति के पत्र दे के इन्होंने इस योग बनाया। उपरंत उस परमात्मा का शुक्रगुजार हाँ जिन्हों ने उन्होंने पाए पिता के पाए पुण्यों से चलने लिए आप अरदास करते हाँ मोहम्मद उस्मान रहमानी जो उन्होंने पिता के पाए पुण्य से चल रहे थे, उन्होंने पाए पुण्य से चल के अगे अपने भाईचारे समूचे देशवासियों नाल लैकर चलने का इन्होंने बल बख्शे, तौफीक बख्शे और मेरी यही अरदास है परमात्मा नूं। अज लुधियाना की इतिहासिक जामा मस्जिद दे विच मेरे वालिद मोहतरम शाही इमाम पंजाब हज़रत मौलाना हबीबुर रहमान सानी लुधियानवी दे इंतकाल तो बाद अज इस्लामी रिवायतां और उन्हां दी वसीयत के मुताबिक सारे शहर के मुअज़्ज़िज़ लोगों ने और तमाम बड़े उलमा कराम ने मैनू ये जो जिम्मेदारी दी है, अल्लाह ताला नू हाजिर नाजिर जान के ये वादा करदा हाँ कि मुकम्मल जिंदगी जद तक हाँ बड़ी ईमानदारी दे नाल, भाईचारे दे नाल, प्यार नाल अते पूरी जुर्रत अते हिम्मत दे नाल इस जिम्मेदारी नू इंशाअल्लाह ताला अदा करदा। BSF ਗੁਰਦਾਸਪੁਰ ਦੇ ਵਿੱਚ ਵਫਾਦਾਰ ਬੇਜ਼ੁਬਾਨ ਟਾਇਸਨ ਦਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਡਾਇਲਿਸਿਸ ਕਰਕੇ ਨਵਾਂ ਜੀਵਨ ਦਿੱਤਾ ਗਿਆ। ਟਾਇਸਨ ਪਹਿਲਾਂ ਸਰਹੱਦ ਤੇ BSF ਦੇ ਨਾਲ ਡਿਊਟੀ ਨਿਭਾਉਂਦਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਗਸ਼ਤ ਦੌਰਾਨ ਸਰਹੱਦ ਤੇ ਘੁਸਪੈਠੀਏ ਕਾਬੂ ਕਰਨ ਦੇ ਵਿੱਚ ਵੀ ਟਾਇਸਨ ਨੇ BSF ਦਾ ਕਾਫੀ ਯੋਗਦਾਨ ਕੀਤਾ ਸੀ, ਪਰ ਯੂਰੀਆ ਦਾ ਪੱਧਰ ਵਧਣ ਕਰਕੇ ਟਾਇਸਨ ਦਾ ਡਾਇਲਿਸਿਸ ਕਰਨਾ ਪਿਆ ਤੇ ਹੁਣ ਉਹ ਬਿਲਕੁਲ ਤੰਦਰੁਸਤ ਹੈ। ਦੇਖੋ ਜੀ, ਇਨਸਾਨਾਂ ਦੇ ਵਿੱਚ ਤੇ ਡਾਇਲਿਸਿਸ ਦੇ ਸੈਂਟਰ ਥਾਂ ਖੁੱਲ੍ਹੇ ਹਨ, ਪਰ ਜੋ ਵੈਟਨਰੀ 'ਚ ਹੈਗੇ ਕੁੱਤਿਆਂ ਦੇ ਲਈ ਪੂਰੇ ਵਿਸ਼ਵ ਭਰ 'ਚ ਇਹ ਚੁਣਿੰਦਾ ਹੀ ਹੈਗੇ ਜੇ ਸੈਂਟਰ 4-5 ਸੈਂਟਰ ਹੈਗੇ ਵਿਸ਼ਵ ਭਰ ਯੂਨੀਵਰਸਿਟੀਆਂ 'ਚ। ਜੇ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਭਾਰਤ 'ਚ ਇਹ ਸਿਰਫ 3 ਸੈਂਟਰ ਹੈਗੇ, ਇੱਕ ਚੇਨਈ 'ਚ ਹੈਗਾ, ਇੱਕ ਬੰਬੇ ਵੈਟਨਰੀ ਕਾਲਜ ਹੈਗਾ ਤੇ ਤੀਜਾ ਗੜਵਾਸੂ 'ਚ ਹੈਗਾ। ਜੋ ਨਾਰਥ ਜ਼ੋਨ ਹੈਗੀ ਇਹ ਇਕੱਲਾ ਗੜਵਾਸੂ ਵਿੱਚ ਹੀ ਇਹੋ ਜਿਹਾ ਡਾਇਲਿਸਿਸ ਸੈਂਟਰ ਹੈ ਜਿੱਥੇ ਕਿ ਆਪਾਂ ਕੁੱਤੇ ਅਤੇ ਬਿੱਲੀਆਂ ਦੀ ਡਾਇਲਿਸਿਸ ਕਰਦੇ ਹਾਂ। ਤੇ ਹੁਣ ਬਿਲਕੁਲ ਤੰਦਰੁਸਤ ਹੈ ਟਾਇਸਨ ਤੇ ਕਿੱਦਾਂ ਹੁਣ ਇਹਦਾ ਕਿੱਦਾਂ ਮਤਲਬ ਤੁਸੀਂ ਟ੍ਰੀਟਮੈਂਟ ਸਟਾਰਟ ਕੀਤਾ, ਕਿੰਨਾ ਟਾਈਮ ਲੱਗ ਚੁੱਕਾ ਟ੍ਰੀਟਮੈਂਟ ਕਰਨ ਨੂੰ ਜਾਂ ਹੋਰ ਅੱਗੇ ਕਿੰਨੀ ਕਿਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈਗੀ ਹੈ ਹਜੇ? ਜੀ ਇਹ ਟਾਇਸਨ ਸਾਡੇ ਕੋਲ ਜੀ ਐਮਰਜੈਂਸੀ 'ਚ ਰਾਤ ਨੂੰ ਆਇਆ ਸੀ 3:30 ਨੂੰ। ਇਹਦੀ ਬਹੁਤ ਕ੍ਰਿਟੀਕਲ ਹਾਲਤ ਸੀ, ਸੋ ਇਹਦੀ ਸਟੈਬਲਾਈਜੇਸ਼ਨ ਕਰਕੇ ਉਹਦੇ ਬਾਅਦ ਜਦ ਇਹਦੇ ਟੈਸਟ ਕੀਤੇ ਤਾਂ ਸਾਨੂੰ ਪਤਾ ਲੱਗਿਆ ਕਿ ਇਹਨੂੰ ਐਕਿਊਟ ਕਿਡਨੀ ਇੰਜਰੀ ਹੈਗੀ, ਜਿਹਦੇ 'ਚ ਕਿ ਇਹਦਾ ਜੋ ਯੂਰੀਆ ਦਾ ਕ੍ਰੀਏਟਿਨ ਦਾ ਲੈਵਲ ਬਹੁਤ ਜ਼ਿਆਦਾ ਵਧਿਆ ਦਾ ਸੀ। ਸੋ ਇਹਨਾਂ ਦੇ BSF ਦੇ ਆਫਿਸਰਸ ਦੇ ਨਾਲ ਜਦ ਮੇਰੀ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬਹੁਤ ਹੀ ਟੌਪ ਦਾ ਡੌਗ ਹੈ ਟਰੈਕਿੰਗ ਦੇ ਲਈ ਇਹ, ਸੋ ਇੰਪੋਰਟੈਂਟ ਡੌਗ ਸੀ। ਸੋ ਅਸੀਂ ਫਿਰ ਕਿਉਂਕਿ ਉਹਨਾਂ ਦੀ ਜੋ ਯੂਨਿਟ ਸੀ ਉੱਥੇ ਜੋ ਡਾਕਟਰ ਸਾਹਿਬਾਨ ਹੈਗੇ ਉਹਨਾਂ ਨੇ 3-4 ਦਿਨ ਉੱਥੇ ਵੀ ਇਹਦੀ ਟ੍ਰੀਟਮੈਂਟ ਕੀਤੀ ਸੀ, ਬਟ ਕੋਈ ਵਧੀਆ ਅਸਰ ਨਹੀਂ ਆਇਆ। ਸੋ ਫਿਰ ਇਸ ਲਈ ਅਸੀਂ ਇਹਦੀ ਸਿੱਧੀ ਕਿਉਂਕਿ ਇਹਦੀ ਜਾਨ ਬਚਾਉਣੀ ਸੀ, ਸੋ ਵੀ ਵੈਂਟ ਫॉर ਡਾਇਲਿਸਿਸ। ਸੋ ਡਾਇਲਿਸਿਸ ਕਰਨ ਦੇ ਬਾਅਦ ਇਹਨੇ ਬਹੁਤ ਵਧੀਆ ਰਿਸਪੌਂਡ ਕੀਤਾ, ਇਹਦੇ ਜਿੰਨੇ ਵੀ ਪੈਰਾਮੀਟਰ ਸੀ ਸਾਰੇ ਨਾਰਮਲ ਆ ਗਏ। ਡਾਇਲਿਸਿਸ ਤੋਂ ਪਹਿਲੇ ਦਿਨ ਦੀ 7-7 8-8 ਵਾਰ ਉਲਟੀਆਂ ਕਰਦਾ ਸੀ, ਖਾਣਾ ਪੀਣਾ ਬੰਦ ਸੀ ਤਾਂ 3-4 ਦਿਨ ਦਾ। ਸੋ ਆਫਟਰ ਡਾਇਲਿਸਿਸ ਵਧੀਆ ਖਾ ਵੀ ਰਿਹਾ, ਟੋਟਲੀ ਐਕਟਿਵ ਹੈ, ਕੋਈ ਉਲਟੀ ਵੀ ਨਹੀਂ ਆਈ ਉਹਦੇ ਬਾਅਦ। ਸੋ ਬਹੁਤ ਵਧੀਆ ਰਿਸਪੌਂਡ ਕੀਤਾ, ਤੁਸੀਂ ਦੇਖ ਸਕਦੇ ਹੋ ਪੂਰਾ ਐਕਟਿਵ ਹੈ, ਪਲੇਫੁਲ ਹੈ ਇਸ ਟਾਈਮ। ਹਾਂਜੀ। ਲੁਧਿਆਣਾ ਵਾਲਮੀਕੀ ਸੇਵਾ ਸੰਘ ਦੇ ਵੱਲੋਂ BSS ਦੀ ਇੱਕ ਅਹਿਮ ਬੈਠਕ ਕੀਤੀ ਕਿ ਜਿਸ ਵਿੱਚ 21 ਸਹੂਲਤਾਂ ਨੂੰ ਪ੍ਰਦਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਗੱਲ ਆਖੀ ਹੈ। ਅੱਜ ਰਾਜ ਪੱਧਰੀ ਇਹ ਬੈਠਕ ਦਾ ਆਯੋਜਨ ਵਾਲਮੀਕੀ ਸੇਵਕ ਸੰਘ ਰਜਿਸਟਰਡ VSS ਵੱਲੋਂ ਕੀਤਾ ਗਿਆ ਔਰ ਸੰਗਠਨ ਦੇ ਸਰਪ੍ਰਸਤ ਬਬਲੂ ਅਨਾਰਿਆ ਜੀ ਨੇ ਜੋ ਮੈਨੂੰ ਇਹ ਜ਼ਿੰਮੇਵਾਰੀ ਪੰਜਾਬ ਦੇ ਅਧਿਕਸ਼ ਵਜੋਂ ਸੌਂਪੀ ਹੈ। ਮੇਰਾ ਪਹਿਲਾ ਮੋਟਿਵ ਇਹ ਹੋਊਗਾ ਕਿ ਸੰਗਠਨ ਨੂੰ ਲੈ ਕੇ ਅਸੀਂ ਨਸ਼ਾ ਮੁਕਤ ਇਸ ਸਟੇਟ ਨੂੰ ਕਰੀਏ ਔਰ ਉਸ ਤੋਂ ਵੀ ਪ੍ਰਥਮ ਸਾਡਾ ਇਹ ਕਾਰਜ ਹੋਊਗਾ ਕਿ ਅਸੀਂ ਸਿੱਖਿਆ ਹੀ ਮੂਲ ਆਧਾਰ ਹੈ, ਅਸੀਂ ਐਜੂਕੇਸ਼ਨ ਦੇ ਕੰਮ ਕਰਾਂਗੇ। ਸਾਡੇ ਸੰਗਠਨ ਦਾ
ਕਦੀ ਵੀ ਰਾਜਨੀਤੀਕਰਨ ਨਹੀਂ ਹੋਊਗਾ। ਅੱਜ ਇੱਕ ਵਿਸ਼ੇਸ਼ ਰਾਜ ਸਤਰੀ ਮੀਟਿੰਗ ਜਿਹੜੀ ਹੈਗੀ ਆ ਸਥਾਨੀ ਸਰਕਟ ਹਾਊਸ ਲੁਧਿਆਣਾ ਵਿਖੇ ਕੀਤੀ ਗਈ, ਜਿਸ ਵਿੱਚ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੜਨ ਲਈ ਸੰਘਰਸ਼ ਕਰਨ ਲਈ ਇਸ ਤੇ ਵਿਚਾਰ ਵਿਮਰਸ਼ ਕੀਤਾ ਗਿਆ ਔਰ ਵਿਸ਼ੇਸ਼ ਤੌਰ ਤੇ ਵਿੱਕੀ ਸੋਹਤਾ ਜੀ ਨੂੰ ਜਿਹੜਾ ਹੈਗਾ ਸੰਗਠਨ ਦਾ ਪ੍ਰਾਂਤੀ ਅਧਿਕਸ਼ ਨਿਯੁਕਤ ਕੀਤਾ ਗਿਆ, ਤਾਂ ਜੋ ਜਿਹੜਾ ਸੰਗਠਨ ਹੈਗਾ ਘਰ ਘਰ ਪਹੁੰਚ ਕੇ ਆਪਣਾ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਸਕੇ ਔਰ ਸੰਗਠਨ ਦੇ ਵਿੱਚ ਜਿਹੜੀਆਂ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਸਿੱਖਿਆਵਾਂ ਦਿੱਤੀਆਂ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ। ਲੁਧਿਆਣਾ ਦੇ ਪਿੰਡ ਈਸੇਵਾਲ ਦੇ ਵਿੱਚ 1971 ਦੀ ਭਾਰਤ-ਪਾਕ ਜੰਗ ਦੇ ਸੁਨਹਿਰੀ ਜਿੱਤ ਦੇ 50 ਸਾਲ ਪੂਰੇ ਹੋਣ ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੇ ਚਲਦਿਆਂ 에ਅਰ ਮਾਰਸ਼ਲ BR ਕ੍ਰਿਸ਼ਨਾ ਨੇ ਸ਼ਹੀਦ ਨਿਰਮਲ ਸਿੰਘ ਸੇਖੋਂ ਦੀ ਮੂਰਤੀ ਦਾ ਉਦਘਾਟਨ ਕੀਤਾ। ਲੁਧਿਆਣਾ ਦੇ ਪਿੰਡ ਈਸੇਵਾਲ ਵਿਖੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ 50ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ, ਜਿਸ ਦੇ ਚੱਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੇਵਾਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਕਿ 에ਅਰ ਮਾਰਸ਼ਲ BR ਕ੍ਰਿਸ਼ਨਾ ਪਹੁੰਚੇ, ਜਿਨ੍ਹਾਂ ਦੇ ਵੱਲੋਂ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਦੱਸ ਦਈਏ, ਨਿਰਮਲਜੀਤ ਸੇਖੋਂ ਨੂੰ ਪਰਮਵੀਰ ਚੱਕਰ ਭਾਰਤ ਦੇ ਸਭ ਤੋਂ ਵੱਡੇ ਮਿਲਟਰੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਕਿਉਂਕਿ 1971 ਦੇ ਵਿੱਚ ਹੋਏ ਭਾਰਤ-ਪਾਕਿਸਤਾਨ ਯੁੱਧ ਦੇ ਵਿੱਚ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੇ ਸ਼੍ਰੀਨਗਰ ਦੀ ਪਾਕਿਸਤਾਨ ਹਵਾਈ ਸੈਨਾ ਤੋਂ ਰੱਖਿਆ ਕੀਤੀ ਸੀ ਤੇ ਵਤਨ ਦੇ ਲਈ ਜਾਨ ਕੁਰਬਾਨ ਕੀਤੀ ਸੀ। ਇਸ ਸਮਾਗਮ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਸਾਬਕਾ ਸੈਨਿਕ ਸਮੇਤ ਸਥਾਨਕ ਲੋਕ ਵੀ ਸ਼ਾਮਲ ਹੋਏ ਤੇ ਸਮਾਗਮ ਦੇ ਦੌਰਾਨ 에ਅਰ ਸ਼ੋਅ ਦੇਖਣ ਯੋਗ ਸੀ। ਸ਼ੋਅ ਦੇ ਵਿੱਚ ਹਵਾਈ ਜਹਾਜ਼ਾਂ ਨੇ ਅਸਮਾਨ ਦੇ ਵਿੱਚ ਖੂਬ ਕਰਤੱਵ ਦਿਖਾਏ ਤੇ 에ਅਰ ਫੋਰਸ ਦੇ ਬੈਂਡ ਨੇ ਦੇਸ਼ ਭਗਤੀ ਦੀ ਧੁਨ ਛੇੜੀ ਤਾਂ ਮਾਹੌਲ ਉਸੇ ਰੰਗ ਦੇ ਵਿੱਚ ਰੰਗਿਆ ਗਿਆ ਤੇ ਇੱਕ ਫਿਲਮ ਦਿਖਾ ਕੇ 1971 ਦੇ ਯੁੱਧ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਗਿਆ ਤੇ ਸ਼ਹੀਦ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਕੁਝ ਜਾਣਕਾਰੀ ਸਾਂਝੀ ਕੀਤੀ। ਆਪਣੇ ਪਹਿਲੀ ਗੱਲ ਤਾਂ ਇੰਡੀਆ 'ਚ ਕੋਈ ਇਨਸਾਨ ਨੂੰ ਮਿਲਿਆ ਜਿਹੜਾ ਈਸੀਆਲ ਨੂੰ ਬਿਲੋਂਗ ਕਰਦਾ, ਸਰਦਾਰ ਨਿਰਮਲਜੀਤ ਸਿੰਘ ਸੇਖੋਂ। ਜਿਹੜੀ ਤੁਸੀਂ ਆਪਾਂ ਸਾਰਿਆਂ ਨੇ ਦੇਖਿਆ ਉਹਨਾਂ ਦਾ 에ਅਰ ਸ਼ੋਅ ਦੇਖਿਆ ਵੀ ਕਿੱਦਾਂ ਉਹਨਾਂ ਨੇ 6 ਸਾਈਬਰ ਜੱਟ ਨਾਲ ਲੜਾਈ ਲੜੀ, ਫਿਰ ਉਹਨਾਂ ਨੇ ਉਹਨਾਂ 'ਚੋਂ 2 ਸਿੱਟ ਕੇ 4 ਵਾਪਸ ਭੇਜੇ ਤੇ ਸਾਰੀ 26 ਸਾਲ ਦੀ ਉਮਰ ਵਿੱਚ ਆਪਦੀ ਸ਼ਹੀਦੀ ਪ੍ਰਾਪਤ ਕਰ ਲਈ। ਸ਼ਹੀਦੀਆਂ ਆਪਾਂ ਆਜ਼ਾਦੀ ਲਈ ਪ੍ਰਾਪਤ ਕੀਤੀਆਂ ਪਹਿਲਾਂ, ਹੁਣ ਜਿਹੜੀ ਸ਼ਹੀਦੀ ਆ ਇਹ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਪ੍ਰਾਪਤ ਕੀਤੀ ਗਈ ਆ। ਤੇ ਇਹ ਜਿਹੜਾ ਪਿੰਡ ਆ ਇਹ ਵੈਸੇ ਇੱਥੋਂ 에ਅਰ ਮਾਰਸ਼ਲ ਮਨਜੀਤ ਸਿੰਘ ਸੇਖੋਂ ਵੀ ਹੋਏ ਆ, ਉਸੇ ਲੜਾਈ 'ਚ ਸਾਡੇ ਇੱਕ ਸਰੂਪ ਸਿੰਘ ਸੇਖੋਂ ਵੀ ਸ਼ਹੀਦ ਹੋਏ ਨੇ ਤੇ ਪਹਿਲੇ ਵਰਲਡ ਵਾਰ 'ਚ ਇੱਥੋਂ 53 ਬੰਦੇ ਵਰਲਡ ਵਾਰ ਲੜਾਈ ਲੜਨ 'ਚ ਗਏ ਸੀ, ਜਿਨ੍ਹਾਂ 'ਚੋਂ 6 ਸ਼ਹੀਦ ਹੋ ਗਏ ਸੀਗੇ ਤੇ ਅਗਲੀ ਵਰਲਡ ਵਾਰ 'ਚ 271 ਬੰਦੇ ਗਏ ਸੀਗੇ। ਤੇ ਇਹ ਪਿੰਡ ਸਾਰਾ ਪਿੰਡ ਤਕਰੀਬਨ ਜੇ ਤੁਸੀਂ ਇਹਨਾਂ ਦਾ ਬੇਸ ਦੇਖੋ ਤਾਂ ਸਾਰਾ ਪਿੰਡ ਫੌਜੀਆਂ ਦਾ ਵਾ, ਕਿਉਂਕਿ ਹੁਣ ਤਾਂ ਇਹਨਾਂ ਨੇ ਜਿਹੜੀ ਉਹਦੇ 'ਚ ਅਲਾਓ ਕਰਤੀ ਵੀ ਜਿਹੜੀ ਸਿੱਖਾਂ ਨੂੰ 2% ਕਰਤੀ, ਨਹੀਂ ਤਾਂ ਇਸ ਪਿੰਡ 'ਚ ਹਰੇਕ ਘਰ 'ਚੋਂ ਫੌਜੀ ਸੀਗਾ। ਮੇਰਾ ਨਾਮ ਅਮਰਦੀਪ ਸਿੰਘ ਆ ਜੀ, ਮੈਂ ਭਤੀਜਾ ਜੀ ਨਿਰਮਲਜੀਤ ਸੇਖੋਂ ਦਾ। ਹਾਂਜੀ, ਬਹੁਤ ਵਧੀਆ ਸ਼ੋਅ ਹੋਇਆ ਜੀ। 50 ਸਾਲਾ ਇੰਡੀਅਨ ਗੌਰਮੈਂਟ ਨੇ ਮਨਾਇਆ, 에ਅਰ ਫੋਰਸ ਨੇ ਮਨਾਇਆ 50 ਸਾਲਾ, ਬਹੁਤ ਵਧੀਆ, ਸਾਡੇ ਪਿੰਡ ਲਈ ਮਾਣ ਵਾਲੀ ਗੱਲ ਆ। ਯੂਥ ਨੂੰ ਇਹੀ ਮੈਸੇਜ ਆ ਜੀ, ਇੱਕੋ ਹੀ ਪਰਮਵੀਰ ਚੱਕਰ ਆ 에ਅਰ ਫੋਰਸ 'ਚ। ਮੈਂ ਤਾਂ ਕਹਿੰਦਾ ਯੂਥ ਜਾਵੇ 에ਅਰ ਫੋਰਸ ਜੁਆਇਨ ਕਰੇ, ਵੱਧ ਤੋਂ ਵੱਧ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ। ਜ਼ਿਕਰਯੋਗ ਹੈ ਕਿ ਸ਼੍ਰੀਨਗਰ 에ਅਰਫੀਲਡ ਤੇ 6 ਪਾਕਿਸਤਾਨੀ ਜਹਾਜ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ, ਤਾਂ ਇਸ ਦੌਰਾਨ ਨਿਰਮਲਜੀਤ ਸਿੰਘ ਸੇਖੋਂ ਦੇ ਵੱਲੋਂ ਪਾਕਿਸਤਾਨੀ ਹਮਲੇ ਨੂੰ ਅਸਫਲ ਕਰਨ ਦੇ ਲਈ ਦਲੇਰੀ, ਬਹਾਦਰੀ ਤੇ ਦ੍ਰਿੜਤਾ ਦੇ ਨਾਲ ਮੁਕਾਬਲਾ ਕੀਤਾ ਗਿਆ ਤੇ 2 ਪਾਕਿਸਤਾਨੀ ਜਹਾਜ਼ਾਂ ਨੂੰ ਵੀ ਨਸ਼ਟ ਕੀਤਾ ਗਿਆ। ਪਰ ਅਖੀਰ ਦੇ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉਹ ਭਾਰਤੀ ਹਵਾਈ ਸੈਨਾ ਦੇ ਇੱਕੋ ਇੱਕ ਅਧਿਕਾਰੀ ਨੇ ਜਿਨ੍ਹਾਂ ਨੂੰ ਦੇਸ਼ ਦਾ ਸਰਵਉੱਚ ਬਹਾਦਰੀ ਪੁਰਸਕਾਰ ਦਿੱਤਾ ਗਿਆ। ਕੈਮਰਾਮੈਨ ਰੋਹਿਤ ਸ਼ਰਮਾ ਦੇ ਨਾਲ ਤਰਸੇਮ ਭਾਰਤਵਾਜ ਦੀ ਰਿਪੋਰਟ, ਫਾਸਟ ਵੇ ਨਿਊਜ਼। ਹੁਣ ਤੋਂ ਅੰਦਾਜ਼ਾਨੇ ਹਾਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਇੱਕ ਸਾਈਕਲ, ਜਿਸ ਦੀ ਕੀਮਤ ਹੁਣ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਸਾਈਕਲ ਹਰ ਜਗ੍ਹਾ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਕੀ ਕੁਝ ਖਾਸ ਹੈ, ਆਓ ਵੇਖਦੇ ਹਾਂ ਰਿਪੋਰਟ। ਵੈਸੇ ਤਾਂ ਹਰ ਇਨਸਾਨ ਨੇ ਸ਼ੌਂਕ ਪਾਲਿਆ ਹੁੰਦਾ ਤੇ ਸ਼ੌਂਕ ਬੰਦੇ ਨੂੰ ਕਿਸੇ ਵੀ ਉਮਰ ਦੇ ਵਿੱਚ ਤੇ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ, ਪਰ ਸ਼ੌਂਕ ਦੇ ਨਾਲ-ਨਾਲ ਵਿਰਾਸਤ ਨੂੰ ਸਾਂਭ ਕੇ ਰੱਖਣਾ ਇਹ ਤਾਂ
ਸੋਨੇ ਤੇ ਸੁਹਾਗਾ ਵਾਲੀ ਗੱਲ ਹੁੰਦੀ ਹੈ। ਦਰਅਸਲ ਅਜਿਹਾ ਹੀ ਸ਼ੌਂਕ ਪਾਲੀ ਬੈਠਾ ਹੈ ਇੱਕ ਸ਼ਖਸ ਸਤਵਿੰਦਰ ਸਿੰਘ ਵੜੈਚ, ਜੋ ਕਿ ਪਿੰਡ ਦਵਾਲੇ ਦਾ ਰਹਿਣ ਵਾਲਾ ਹੈ। ਸਤਵਿੰਦਰ ਵੜੈਚ ਨੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਇੱਕ ਸਾਈਕਲ ਅੱਜ ਵੀ ਸਾਂਭ ਕੇ ਰੱਖਿਆ ਹੋਇਆ ਹੈ। ਦੱਸ ਦਈਏ ਇਸ ਸਾਈਕਲ ਦੀ ਹੁਣ 50 ਲੱਖ ਰੁਪਏ ਕੀਮਤ ਲੱਗ ਚੁੱਕੀ ਹੈ, ਪਰ ਇਸ ਸ਼ਖਸ ਨੇ ਸਾਈਕਲ ਨਹੀਂ ਵੇਚਿਆ। ਆਖਿਰਕਾਰ ਸਾਈਕਲ ਦੀ ਇਹੋ ਜਿਹੀ ਕੀ ਖਾਸੀਅਤ ਹੈ ਤੇ ਕਿਉਂ ਇਸ ਸ਼ਖਸ ਨੇ ਇੰਨਾ ਪੁਰਾਣਾ ਸਾਈਕਲ ਸਾਂਭ ਕੇ ਰੱਖਿਆ ਹੈ, ਆਓ ਦੱਸਦੇ ਹਾਂ। ਹਾਂਜੀ, ਇਹ ਜਦ ਆਪਣਾ ਇਕੱਠਾ ਹੀ ਦੀ ਪਾਕਿਸਤਾਨ ਤੇ ਇੰਡੀਆ ਜੀ, ਇਹ ਸਾਡੇ ਨਾਲੇ ਪਿੰਡ ਆ ਜਲਾਉ ਦਾ, ਉੱਥੇ ਦਾ ਬੰਦਾ ਰੇਲਵੇ ਲੱਗਿਆ ਹੈ ਦੀ, ਉਹ ਲੈ ਗਿਆ ਸੀ ਉੱਥੇ ਆਪਣੇ ਲਾਹੌਰ ਤੋਂ ਜਾ ਕੇ। ਹਾਂਜੀ, ਉਹਨਾਂ ਨੇ ਸਾਂਭ ਕੇ ਰੱਖਿਆ ਸੀ। ਇਹ ਜਿਹੜਾ ਸਾਈਕਲ ਆ ਕਾਹਦਾ ਬਣਿਆ, ਕਾਹਦਾ ਹੋਇਆ, ਕੀ ਕੀ ਇਹਨੂੰ ਲੱਗਿਆ ਜੀ? ਇਹ ਲੱਕੜ ਦੇ ਬਸ ਲੋਹੇ ਦਾ ਹੀ ਬਣਿਆ ਜੀ, ਆਪਣੇ ਕਮਾਣੀ ਲੱਗੀ ਹੈ ਬਸ ਇਹ 'ਚ। ਹਾਂਜੀ। ਕਿੰਨਾ ਕੁ ਚਿਰ ਪੁਰਾਣਾ ਸਾਈਕਲ ਹੈ ਇਹ? ਹੋਊਗਾ ਜੀ 100 ਸਾਲ ਦੇ ਗੇੜ 'ਚ ਪੁਰਾਣਾ ਹੋਊ ਜੀ ਘੱਟੋ ਘੱਟ। ਹਾਂਜੀ। ਇਹਦਾ ਕੋਈ ਲਾਇਸੈਂਸ ਜੀ ਕੋਈ ਕੀ ਹੈਗਾ ਜੀ ਇਹਦਾ? ਹਾਂਜੀ, ਲਾਇਸੈਂਸ ਹੁੰਦਾ ਜੀ ਇਹਦਾ ਬਣਿਆ ਆਪਣੇ ਜੀ, ਉਹ ਵੀ ਮੇਰੇ ਕੋਲ ਸਾਂਭ ਕੇ ਰੱਖਿਆ ਲਾਇਸੈਂਸ ਆਪਣੇ। ਹਾਂਜੀ, ਤਾਇਆ ਜੀ ਨਾਂ 'ਤੇ ਬਣਿਆ ਹੋਇਆ ਉਹ ਰੱਖਿਆ ਜੀ ਆਪਣੇ। ਅਤੇ ਇਹਨੂੰ ਦੇਖਣ ਵਾਲੇ ਲੋਕ ਕਿੰਨੇ ਕੁ ਆਉਂਦੇ, ਚਲਾਉਣੇ ਵੀ ਹੈਗੇ? ਹਾਂਜੀ, ਚਲਾਉਂਦੇ ਜੀ ਆਪਣੇ ਪਿੰਡ 'ਚ ਗੇੜਾ ਦੇ ਆਈ ਦਾ। ਹਾਂਜੀ। ਦੇਖਣ ਲਈ ਜਿਹੜੇ ਲੋਕ ਆਉਂਦੇ ਉਹ ਕੁਛ ਕਹਿੰਦੇ ਤੁਹਾਨੂੰ ਵੀ ਆ ਕੀ ਚੱਕੀ ਫਿਰਦੇ ਹੋ, ਕੀ ਹੈ ਇਹ? ਹਾਂਜੀ, ਉਹ ਕਰਦੇ ਹੈਰਾਨ ਹੁੰਦੇ ਨੇ ਦੇਖ ਕੇ ਵੀ ਇਹ ਕੀ ਗੱਡਾ ਚੱਕੀ ਫਿਰਦਾ, ਵੀ ਇਹੋ ਜਿਹਾ ਸਾਈਕਲ ਕਦੇ ਦੇਖਿਆ ਨਹੀਂ ਗਾ। ਫਿਰ ਦੱਸੀ ਦਾ ਵੀ ਸਾਈਕਲ ਆ ਇਹ, ਵੀ ਇਸ ਤਰ੍ਹਾਂ ਸਾਈਕਲ ਹੁੰਦੇ ਸੀ ਪਹਿਲਾਂ ਜੀ। ਤੁਹਾਡੇ ਘਰ 'ਚੋਂ ਬੱਚੇ ਵੀ ਚਲਾਉਂਦੇ, ਤੁਸੀਂ ਚਲਾਉਂਦੇ ਉਹਨੂੰ? ਹਾਂਜੀ, ਬੱਚੇ ਵੀ ਚਲਾਉਂਦੇ ਫਿਰੀ ਜਾਂਦੇ ਜੀ। ਹਾਂਜੀ, ਮੈਂ ਵੀ ਚਲਾ ਦਿਆ ਜੀ। ਅਤੇ ਕੋਈ ਤੁਹਾਨੂੰ ਆਉਂਦਾ ਨਹੀਂ, ਕਹਿੰਦਾ ਨਹੀਂ ਵੀ ਇਹ ਜਿਵੇਂ ਬਾਹਰੋਂ ਕੋਈ ਆਉਂਦਾ ਵੀ ਇਹ ਸਾਈਕਲ ਮੈਨੂੰ ਦੇ ਦੇ, ਵੀ ਮੈਂ ਲੈ ਜਾਣਾ ਖਰੀਦਣ ਲਈ ਆਉਂਦਾ ਜਾਂ ਕੁਛ ਇਸ ਤਰ੍ਹਾਂ? ਹਾਂਜੀ, ਬਹੁਤ ਮੰਗਦੇ ਨੇ ਜੀ ਆਪਣੇ, ਇਹ ਪੰਜਾਬ 'ਚ ਹੈ ਨਹੀਂ ਨਾ ਕਿਸੇ ਕੋਲ ਆਪਣੇ ਜੀ। ਇੱਕ ਬਾਹਰੋਂ ਬੰਦਾ ਆਇਆ ਸੀ, ਉਹ ਮੰਗਦਾ ਸੀ ਆਪਣੇ, ਕਹਿੰਦਾ 50 ਲੱਖ ਰੁਪਏ ਲੈ ਲਾ ਮੇਰੇ ਤੋਂ, ਪਰ ਮੈਂ ਦਿੱਤਾ ਨਹੀਂ ਕਰਨਾ ਜੀ। ਕਿਉਂ 50 ਲੱਖ ਦਾ ਕਿਉਂ ਨਹੀਂ ਦਿੱਤਾ ਜੀ? ਬਸ ਸ਼ੌਂਕ ਦਾ ਫਿਰ ਮੁੱਲ ਨਹੀਂ ਹੁੰਦਾ ਨਾ ਜੀ, ਇਸ ਕਰਕੇ ਮੈਂ ਦਿੱਤਾ ਨਹੀਂ ਗਾ। ਫਿਰ ਦੇ ਦੇਣਾ ਸੀ 50 ਲੱਖ ਦਾ। ਹਾਂ ਜੀ, ਸ਼ੌਂਕ ਨਹੀਂ ਫਿਰ ਆਪਣੇ ਪੂਰਾ ਹੁੰਦਾ ਜੀ। ਇਹ ਸਾਈਕਲ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ, ਜਿਸ ਦੇ ਲੱਕੜ ਦੇ ਟਾਇਰ ਨੇ ਤੇ ਸਾਈਕਲ ਦਾ ਅਗਲਾ ਚੱਕਾ ਵੱਡਾ ਤੇ ਪਿਛਲਾ ਛੋਟਾ ਹੈ, ਜਿਸ ਨੂੰ ਚਲਾਉਣ ਦੇ ਲਈ ਕੋਈ ਚੈਨ ਵੀ ਨਹੀਂ ਹੈ ਤੇ ਪੈਡਲ ਮੂਹਰਲੇ ਚੱਕੇ ਨੂੰ ਹੀ ਲੱਗੇ ਹੋਏ ਨੇ ਤੇ ਉਹੀ ਬ੍ਰੇਕਾਂ ਨੇ। ਦੱਸ ਦਈਏ ਇਸ ਸਾਈਕਲ ਦਾ ਲਾਇਸੈਂਸ ਵੀ ਬਣਿਆ ਹੋਇਆ ਤੇ ਸਾਈਕਲ ਨੂੰ ਹੁਣ ਵੀ ਇਹ ਸ਼ਖਸ ਚਲਾਈ ਫਿਰਦਾ, ਜਿਸ ਨੂੰ ਦੇਖਣ ਦੇ ਲਈ ਲੋਕ ਵੀ ਦੂਰੋਂ ਦੁਰੇਡਿਓਂ ਆਉਂਦੇ ਨੇ। ਸਮਰਾਲਾ ਤੋਂ ਅਨੁਰਾਗ ਸੰਦਲ ਦੀ ਰਿਪੋਰਟ, ਫਾਸਟ ਵੇ ਨਿਊਜ਼। ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਪੂਰਾ ਕਰਨ ਲਈ ਇਨਸਾਨ ਕੁਝ ਵੀ ਕਰ ਸਕਦਾ ਹੈ। ਸਮਰਾਲਾ ਦੇ ਵਿੱਚ ਵੀ ਇੱਕ ਪਰਿਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਵੇਖਦੇ ਹਾਂ ਇਹ ਰਿਪੋਰਟ। ਜਿੱਥੇ ਅੱਜ ਦੇ ਜ਼ਮਾਨੇ 'ਚ ਮਹਿੰਗਾਈ ਅਸਮਾਨ ਛੂ ਰਹੀ ਹੈ ਤੇ ਉੱਥੇ ਹੀ ਮੱਧ ਵਰਗ ਪਰਿਵਾਰਾਂ ਦੇ ਲਈ ਗੁਜ਼ਾਰਾ ਚਲਾਉਣਾ ਵੀ ਔਖਾ ਹੋਇਆ ਪਿਆ, ਪਰ ਸਮਰਾਲਾ 'ਚ ਰਹਿੰਦਾ ਇੱਕ ਮੱਧ ਵਰਗੀ ਪਰਿਵਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ, ਜਿਸ ਨੇ ਹਰ ਪਾਸੇ ਧੁੰਮਾਂ ਪਾਈਆਂ ਹੋਈਆਂ। ਆਖਰਕਾਰ ਪੂਰਾ ਮਾਮਲਾ ਕੀ ਹੈ, ਜਿਸ ਕਾਰਨ ਇਸ ਪਰਿਵਾਰ ਦੀਆਂ ਹਰ ਪਾਸੇ ਗੱਲਾਂ ਹੋ ਰਹੀਆਂ ਨੇ? ਦਰਅਸਲ ਇਸ ਪਰਿਵਾਰ ਦੇ ਕਿਸੇ ਜੀ ਨੇ ਅੱਜ ਤੱਕ ਸੋਨੇ ਦਾ ਗਹਿਣਾ ਨਹੀਂ ਪਾਇਆ, ਪਰ ਇਸ ਪਰਿਵਾਰ ਨੇ ਘਰ ਦੇ ਵਿੱਚ ਰੱਖੇ ਮੁਰਗੇ ਦੇ ਕੰਨ ਦੇ ਵਿੱਚ ਸੋਨੇ ਦੀ ਵਾਲੀ ਪਵਾਈ ਹੋਈ ਹੈ, ਜਿਸ ਨੂੰ ਦੇਖਣ ਤੇ ਸੁਣਨ ਵਾਲਾ ਹਰ ਕੋਈ ਹੱਕਾ ਬੱਕਾ ਰਹਿ ਜਾਂਦਾ। ਜਦ ਇਸ ਪਰਿਵਾਰ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਕੀ ਕਹਿਣਾ ਹੈ ਪਰਿਵਾਰ ਦੇ ਮੁਖੀ ਤੇ ਉਸਦੇ ਪੁੱਤਰ ਦਾ, ਆਓ ਸੁਣਦੇ ਹਾਂ। ਤੁਹਾਡਾ ਨਾਮ ਜੀ? ਜੋਗਾ ਸਿੰਘ ਹੈ ਜੀ। ਇਹ ਜਿਹੜਾ ਰੱਖਿਆ ਹੋਇਆ ਮੁਰਗਾ, ਹਾਂਜੀ, ਕਿੰਨੀ ਦੇਰ ਹੋ ਗਈ ਰੱਖਣ ਨੂੰ? ਇਹਨੂੰ 5 ਮਹੀਨੇ ਹੋ ਗਏ ਜੀ ਸਾਨੂੰ ਜੀ। ਕੀ ਨਾਮ ਰੱਖਿਆ ਤੁਸੀਂ? ਸ਼ੇਰੂ ਨਾਂ ਜੀ ਇਹਦਾ। ਸ਼ੇਰੂ। ਤੇ ਕਿੱਥੋਂ ਲੈ ਕੇ ਆਏ ਸੀ ਇਹਨੂੰ? ਇਹ ਰਾਜਸਥਾਨ ਤੋਂ ਮੰਗਾਏ ਸੀ ਜੀ। ਕਿੰਨੀ ਕੀਮਤ ਦਾ ਆਇਆ ਸੀ ਜੀ? 2000 ਰੁਪਏ ਦਾ ਲਿਆਏ ਸੀ। 2000? ਹਾਂਜੀ। ਤੇਰੀ ਇਹ ਬਾਲੀ ਪਾਈ ਹੋਈ ਹੈ ਤੁਸੀਂ? ਹਾਂਜੀ। ਕਿੰਨੇ ਦੀ ਆਈ ਹੈ? 10000 ਰੁਪਏ ਦੀ ਹੈਗੀ ਹੈ ਜੀ। ਅੱਛਾ, ਤੇ ਤੁਹਾਡੇ ਘਰ 'ਚ ਵੀ ਕਿਸੇ ਹੋਰ ਨੇ ਸੋਨਾ ਪਾਇਆ? ਨਹੀਂ ਜੀ, ਕਿਸੇ ਦੇ ਨਹੀਂ ਪਾਇਆ ਹੈ। ਸਾਡੇ ਨਾ ਬਹੂਆਂ ਨੇ ਨਾ ਕਿਸੇ ਨੇ ਜੀ, ਬਸ ਇਹਦੇ ਹੀ ਪਾਇਆ ਸੀ ਜੀ। ਤੇ ਤੁਸੀਂ ਮੁਰਗੇ ਦੇ ਪਾਏ? ਹਾਂ, ਮੁਰਗੇ ਦੇ ਪਾਏ। ਇਹਨੂੰ ਖਾਣ ਪੀਣ ਨੂੰ ਕੀ ਦਿੰਦੇ ਹੋ? ਬਦਾਮ ਦਿੰਦੇ ਆ ਜੀ, ਇਹਨੂੰ ਬਾਜਰਾ ਪਾਉਂਦੇ ਆ ਜੀ, ਰੋਟੀਆਂ ਪਾਉਂਦੇ ਆ ਜੀ, ਭਿੱਜੀ ਹੋਈਆਂ ਜੀ। ਮਤਲਬ ਤੁਹਾਡਾ ਪਰਿਵਾਰਕ ਮੈਂਬਰ? ਹਾਂ, ਪਰਿਵਾਰ ਮੈਂਬਰ ਆ ਜੀ। ਸਾਨੂੰ ਸ਼ੌਕ ਬੱਚੇ ਤੋਂ ਜ਼ਿਆਦਾ ਜੀ ਇਹਨੂੰ, ਇੰਨਾ ਅਸੀਂ ਬੱਚੇ ਨਾਲ ਕਰਦੇ ਜਿੰਨਾ ਇਹਦੇ ਨਾਲ ਕਰਦੇ ਹਾਂ ਜੀ। ਆਜ਼ਾਦ ਸਿੰਘ ਜੀ। ਅੱਛਾ, ਇਹ ਡੈਡੀ ਤੇਰੇ ਦੱਸਦੇ ਨੇ ਵੀ ਤੇਰੀ ਜਿੱਦ ਸੀ? ਹਾਂਜੀ। ਕੀ ਕਹਿੰਦੇ ਵੀ ਹਾਂ ਮੁਰਗਾ ਰੱਖਣਾ? ਹਾਂਜੀ। ਅੱਛਾ, ਕਿੰਨੇ ਦਾ ਆਇਆ ਸੀ? 2000 ਰੁਪਏ ਦਾ ਆਇਆ ਸੀ ਜੀ। ਇਹਨੂੰ ਰਾਜਸਥਾਨ ਤੋਂ ਲੈ ਕੇ ਆਇਆ ਜੀ ਮੈਂ। ਇਹਨੂੰ ਬਦਾਮ ਪਾਣਾ ਜੀ, ਬਾਜਰਾ, ਛੋਲੇ, ਸਾਰਾ ਕੁਝ ਪਾਣਾ ਜੀ ਇਹਨੂੰ ਮੈਂ। ਇਹਦੇ ਬਾਲੀ ਪਾਈ ਸੀ ਮੈਂ 10000 ਦੀ। ਕਰਦੇ ਪੁੱਛਦੇ ਸੀ ਵੀ ਤੂੰ 10000 ਰੁਪਏ ਖਰਚਦਾ, ਮੈਂ ਕਿਹਾ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ। ਮੈਂ ਬਾਲੀ ਇਹਦੇ ਪਾਤੀ ਜੀ ਲਿਆ ਕੇ।
ਮੈਨੂੰ ਮਜ਼ਦੂਰੀ ਕਰਕੇ ਮੈਂ ਕੰਮ ਤੇ ਲੱਗੇ ਹੋਇਆ ਜੀ। ਇਹਦੇ ਮੈਂ ਬਾਲੀ ਪਾਤੀ ਸੀ ਲਿਆ ਕੇ ਜੀ। ਦੱਸਣਯੋਗ ਹੈ ਕਿ ਪਰਿਵਾਰ ਦੇ ਮੁਖੀ ਜੋਗਾ ਸਿੰਘ ਨੇ ਇਹ ਮੁੱਦਾ 2000 ਰੁਪਏ ਦਾ ਖਰੀਦਿਆ ਸੀ, ਜਿਸ ਦਾ ਨਾਂ ਸ਼ੇਰੂ ਰੱਖਿਆ। ਇਹ ਗੱਲ ਪੂਰੇ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਦੂਜੇ ਪਾਸੇ ਜੋਗਾ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਦੀ ਰੀਝ ਪੂਰੀ ਕੀਤੀ ਹੈ ਤੇ ਉਸਦਾ ਪੁੱਤਰ ਵੀ ਮਿਹਨਤ ਮਜ਼ਦੂਰੀ ਕਰਦਾ ਹੈ, ਜਿਸ ਨੇ 10,000 ਕਮਾ ਕੇ ਮੁਰਗੇ ਦੇ ਲਈ ਵਾਲੀ ਬਣਵਾਈ ਹੈ। ਸਮਰਾਲਾ ਤੋਂ ਅਨੁਰਾਗ ਸੰਦਲ ਦੀ ਰਿਪੋਰਟ, ਫਾਸਟਵੇ ਨਿਊਜ਼। ਸ਼੍ਰੀ ਜ਼ਾਹਰ ਪੀਰ ਗੁੱਗਾ ਮਾੜੀ ਕਮੇਟੀ ਦੇ ਵੱਲੋਂ ਸਿੱਧ ਬਾਬਾ ਕਾਲੂ ਦਾਸ ਜੀ ਦੀ ਯਾਦ ਨੂੰ ਸਮਰਪਿਤ ਯਾਤਰਾ ਕੱਢੀ ਗਈ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਇਹ ਰਥ ਯਾਤਰਾ ਵਾਪਸ ਮੰਦਰ ਆ ਕੇ ਸਮਾਪਤ ਹੋਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਮੰਦਰ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਿੱਧ ਬਾਬਾ ਕਾਲੂ ਭਗਤ ਜੀ ਬਾਬਾ ਕਲਵਾ ਪੋਨ ਦੇ ਅਵਤਾਰੀ, ਜਿਨ੍ਹਾਂ ਨੇ ਰਾਜਸਥਾਨ ਗੁੱਗਾ ਜਹਾਰ ਪੀਰ ਗੁੱਗਾ ਮਾੜੀ ਦਾ ਰਸਤਾ ਦਿਖਾਇਆ, ਉਹਨਾਂ ਦੀ ਅੱਜ ਪਵਿੱਤਰ ਰਥ ਯਾਤਰਾ ਕੱਢੀ ਜਾ ਰਹੀ ਹੈ। ਜਹਾਰ ਪੀਰ ਗੁੱਗਾ ਮਾੜੀ ਕਮੇਟੀ ਵੱਲੋਂ ਹੁਮਾ ਕੇ ਸਾਰੀ ਸਾਧ ਸੰਗਤ ਢੋਲ ਨਾਲ, ਬਾਜੇ ਨਾਲ, ਬੈਂਡ ਨਾਲ, ਹਾਥੀ ਘੋੜਿਆਂ ਨਾਲ ਤੇ ਉਹਨਾਂ ਦੀ ਜਿਹੜੀ ਛੜੀ ਆ ਨੇਜਾ ਪੂਜਾ ਕਰਕੇ ਅਸੀਂ ਘਰੋਂ ਧੋਕ ਮਾਰ ਕੇ ਚੱਲੇ ਆ ਤੇ ਇਹ 3 ਦਿਨ ਦਾ ਮੇਲੇ ਦੀ ਅੱਜ ਸ਼ੁਰੂਆਤ ਕੀਤੀ ਗਈ ਆ ਸਿੱਧ ਬਾਬਾ ਕਾਲੂ ਭਗਤ ਦੀ ਯਾਦ ਵਿੱਚ। ਇਹ ਦਸ਼ਮੇਸ਼ ਨਗਰ ਤੋਂ ਸ਼ੁਰੂ ਹੋ ਕੇ ਗਿੱਲ ਰੋਡ, ਡੁਗਰੀ ਰੋਡ ਤੇ ਨਿੱਜੀ ਸਥਾਨ ਗੁੱਗਾ ਮਾੜੀ ਮੰਦਿਰ, ਉੱਥੇ ਸਮਾਪਤੀ ਕੀਤੀ ਜਾਣੀ ਆ। 3 ਦਿਨ ਇੱਥੇ ਸੰਤ ਸਮਾਜ, ਰਾਜਨੀਤਿਕ, ਧਾਰਮਿਕ, ਪੰਜਾਬੀ ਕਲਾਕਾਰ, ਦੰਗਲ, ਕੁਸ਼ਤੀਆਂ ਕਰਾਈ ਜਾਂਦੀ ਆ ਤੇ 3 ਦਿਨ ਦਾ ਬਾਬਾ ਕਾਲੂ ਭਗਤ ਦੇ ਨਾਂ ਦਾ ਭੰਡਾਰਾ ਵੀ ਲਾਇਆ ਜਾਂਦਾ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਇੱਕ ਵਾਰ ਫਿਰ ਤੋਂ। ਲੁਧਿਆਣਾ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਭਿੜੀਆਂ। ਦੋਹਾਂ ਧਿਰਾਂ ਨੇ ਇੱਕ ਦੂਸਰੇ ਤੇ ਲਗਾਏ ਗੰਭੀਰ ਇਲਜ਼ਾਮ। ਝਗੜੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ। ਨਿੱਜੀ ਹਸਪਤਾਲ ਤੇ ਲੱਗੇ HIV ਦੀ ਗਲਤ ਰਿਪੋਰਟ ਦੇਣ ਦੇ ਇਲਜ਼ਾਮ। ਰਿਪੋਰਟ ਆਉਣ ਤੋਂ ਬਾਅਦ ਲੜਕੀ ਹੋਈ ਡਿਪਰੈਸ਼ਨ ਦਾ ਸ਼ਿਕਾਰ। ਲੜਕੀ ਦੇ ਪਿਤਾ ਨੇ ਕੀਤੀ ਇਨਸਾਫ ਦੀ ਮੰਗ। ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨੇ ਜਾਣ ਤੇ ਮਹੇਸ਼ਿੰਦਰ ਗਰੇਵਾਲ ਨੇ ਹਾਈ ਕਮਾਂਡ ਦਾ ਕੀਤਾ ਧੰਨਵਾਦ। ਮਨਪ੍ਰੀਤ ਇਆਲੀ ਦਾਖਾ ਤੋਂ ਐਲਾਨੇ ਗਏ ਉਮੀਦਵਾਰ। ਗੁਰਦੁਆਰਾ ਥੜਾ ਸਾਹਿਬ 'ਚ ਹੋਏ ਨਤਮਸਤਕ। ਕਿਸਾਨ ਯੂਨੀਅਨ ਦੇ ਵੱਲੋਂ ਸਿਨੇਮਾ ਘਰ ਦੇ ਬਾਹਰ ਰੋਸ ਪ੍ਰਦਰਸ਼ਨ। ਕੰਗਨਾ ਰਣੌਤ ਦੀ ਫਿਲਮ ਦਾ ਕੀਤਾ ਵਿਰੋਧ। ਕਿਹਾ ਪੰਜਾਬ ਦੇ ਵਿੱਚ ਕੰਗਨਾ ਰਣੌਤ ਦੀ ਨਹੀਂ ਚੱਲਣ ਦੇਣਗੇ ਫਿਲਮ। BSF ਦੇ ਕੁੱਤੇ ਟਾਈਸਨ ਨੂੰ ਲੁਧਿਆਣਾ ਦੀ ਗੜਵਾਸੂ ਯੂਨੀਵਰਸਿਟੀ ਨੇ ਦਿੱਤਾ ਨਵਾਂ ਜੀਵਨ ਦਾਨ। ਟਾਈਸਨ ਦਾ ਕੀਤਾ ਗਿਆ ਡਾਇਲਿਸਿਸ। ਗੁਰਦਾਸਪੁਰ ਸਰਹੱਦ ਤੇ ਤੈਨਾਤ ਸੀ ਟਾਈਸਨ। ਸਮਰਾਲਾ ਵਿੱਚ ਕੁੱਕੜ ਤੇ ਵਿਰਾਸਤੀ ਸਾਈਕਲ ਬਣਿਆ ਖਿਸ਼ਤਾ ਕੇਂਦਰ। ਹਰ ਪਾਸੇ ਹੋ ਰਹੇ ਨੇ ਚਰਚੇ। ਦੂਰੋਂ ਦਰਾਡਿਓਂ ਵੇਖਣ ਲਈ ਪਹੁੰਚ ਰਹੇ ਨੇ ਲੋਕ। ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸਿਆਸਤ ਨੂੰ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤਾਂ ਇਜਾਜ਼ਤ, ਧੰਨਵਾਦ।